ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਮੋਹਿਤ ਰੂਬਲ ਤੇ ਮੈਂ ਹਾਂ ਜਤਿੰਦਰ ਸਿੰਘ ਖਹਿਰਾ ਤੇ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਸਾਡੇ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਹੈ ਜੀ ਮੁੱਦਾ ਉਹੀ ਹੈ ਕਿਸਾਨੀ ਅੰਦੋਲਨ। 54 ਦਿਨ ਜਦੋਂ ਗੱਲ ਕਰਦੇ ਆ ਤੇ ਮੂੰਹ ਪਰ ਆਉਂਦਾ ਆ। ਥੋੜੇ ਦਿਨ ਨਹੀਂ ਹੁੰਦੇ। ਲਾਸ਼ਾਂ ਜਿਹੜੀਆਂ ਨੇ ਉਹ ਘਰਾਂ ਨੂੰ ਵਾਪਸ ਜਾ ਰਹੀਆਂ ਨੇ। ਸਰਕਾਰਾਂ ਕਹਿ ਰਹੀਆਂ ਨੇ ਕਿ ਸੋਧਾਂ ਦੇ ਉੱਤੇ ਆ ਜਾਓ। ਅਸੀਂ ਜਿਹੜੀਆਂ ਨੇ ਸੋਧਾਂ ਦੇ ਉੱਤੇ ਗੱਲ ਕਰਨ ਨੂੰ ਤਾਂ ਤਿਆਰ ਹਾਂ, ਪਰ ਤੁਹਾਡੀਆਂ ਜਿਹੜੀਆਂ ਮੰਗਾਂ ਰੱਦ ਕਰਨ ਦੀਆਂ ਨੇ ਉਹਨੂੰ ਨਹੀਂ ਅਸੀਂ ਮੰਗ ਸਕਦੇ। ਇੱਕ ਬੰਨੇ ਸਰਕਾਰ ਗੱਲ ਕਰਨ ਦੇ ਲਈ ਤਿਆਰ ਹੈ ਤੇ ਦੂਸਰੇ ਬੰਨੇ ਕਈ ਤਰ੍ਹਾਂ ਦੇ ਪਰਚੇ ਕਈ ਲੋਕਾਂ ਦੇ ਉੱਤੇ ਪਾਏ ਜਾ ਰਹੇ ਨੇ। ਇਹ ਲੋਕਤੰਤਰ ਤਾਂ ਨਹੀਂ ਹੈ। ਲੋਕਤੰਤਰ ਇੱਦਾਂ ਲੱਗ ਰਿਹਾ ਹੈ ਕਿ ਸ਼ਾਇਦ ਦਿਖਾਵਾ ਆ। ਜਿਵੇਂ ਆਮ ਟਵੀਟ ਕਰਕੇ ਵਿਰੋਧੀ ਧਿਰ ਕਹਿੰਦਾ ਹੈ ਕਿ ਟੂ ਮੱਚ ਡੈਮੋਕ੍ਰੇਸੀ। ਸੋ ਅੱਜ ਅਸੀਂ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਖੈਰਾ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਅੱਜ 18 ਜਨਵਰੀ ਹੈ। ਅੱਜ ਜੇਕਰ ਗੱਲ ਕਰੀਏ ਸਾਡੇ ਕਿਸਾਨੀ ਅੰਦੋਲਨ ਦੀ, ਤਾਂ ਉਸ ਵਕਤ ਉਸ ਧਰਤੀ ਦੇ ਉੱਪਰ ਕਿਸਾਨ ਮਹਿਲਾ ਦਿਵਸ ਜਿਹੜਾ ਹੈ ਬੜੇ ਜੋਸ਼ੋ ਖਰੋਸ਼ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ, ਜਿਸ ਵਿੱਚ ਪੰਜਾਬ ਕੀ ਹੋਰਾਂ ਪੂਰੇ ਭਾਰਤ ਦੇ ਵਿੱਚ ਜਿਹੜੇ ਵੱਖ-ਵੱਖ ਜਿਹੜੀਆਂ ਮਹਿਲਾਵਾਂ ਨੇ ਉਸ ਅੰਦੋਲਨ ਦੇ ਵਿੱਚ ਖਾਸ ਕਰਕੇ ਅੱਜ ਦੇ ਦਿਹਾੜੇ ਵਿੱਚ ਸ਼ਾਮਲ ਹੋ ਰਹੀਆਂ ਨੇ। ਵੈਸੇ ਸਿਰਫ ਅੱਜ ਦੇ ਦਿਨ ਹੀ ਸ਼ਾਮਲ ਨਹੀਂ ਹੋ ਰਹੀਆਂ। ਜੇਕਰ ਡੇ 1 ਤੋਂ ਗੱਲ ਕਰੀਏ ਤਾਂ ਕੋਈ ਵੀ ਜਿਹੜਾ ਅੰਦੋਲਨ ਹੈ ਉਹ ਸਕਸੈਸਫੁਲ ਨਹੀਂ ਹੋ ਸਕਦਾ ਜਦੋਂ ਤੱਕ ਉਹਦੇ ਨਾਲ ਆ ਕੇ ਇੱਕ ਮਹਿਲਾ ਨਹੀਂ ਖੜਦੀ। ਮਹਿਲਾ ਜੋ ਕਿ ਸਿਰਫ ਘਰ ਦਾ ਕੰਮ ਨਹੀਂ ਕਰਦੀ, ਬਿਲਕੁਲ ਆਪਣੇ ਮਰਦ ਦੇ ਨਾਲ ਬਰਾਬਰ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਆਪਣੀ ਆਵਾਜ਼ ਵੀ ਉਹਦੇ ਆਵਾਜ਼ ਦੇ ਨਾਲ ਬੁਲੰਦ ਕਰਦੀ ਹੈ। ਸੋ ਖੈਰ ਸਾਹਿਬ, ਵਾਕਈ ਜੇ ਗੱਲ ਕਰੀਏ ਤਾਂ 54 ਦਿਨ ਜਿਹੜੇ ਨੇ ਜੇ ਪੋਸੀਬਲ ਹੋਏ ਨੇ ਤਾਂ ਸਿਰਫ ਇੱਕ ਇਕੱਲੇ ਮਰਦ ਕਮਿਊਨਿਟੀ ਕਰਕੇ ਨਹੀਂ ਹੋਏ। ਸਾਡੇ ਜਿਹੜੇ ਕਿਸਾਨ ਜਿਹੜੇ ਉੱਥੇ ਸਾਡੇ ਭਾਈ ਉੱਥੇ ਬੈਠੇ ਨੇ, ਸਾਡੇ ਪਿਓ ਚਾਚੇ ਤਾਏ ਉੱਥੇ ਬੈਠੇ ਨੇ, ਸਿਰਫ ਉਹਨਾਂ ਕਰਕੇ ਨਹੀਂ ਹੋਇਆ। ਉਹਨਾਂ ਦੇ ਨਾਲ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਸਾਡੀ ਜਿਹੜੀ ਉੱਥੇ ਬੈਠੀਆਂ ਨੇ, ਉਹਨਾਂ ਦੇ ਕਰਕੇ ਹੀ ਪੋਸੀਬਲ ਹੋ ਸਕਿਆ। ਸੋ ਸਲੂਟ ਹੈ ਉਹਨਾਂ ਸਾਰੇ ਲੋਕਾਂ ਨੂੰ, ਸਾਰੇ ਸੱਜਣਾਂ ਨੂੰ, ਸਾਰੀਆਂ ਉੱਥੇ ਦੇਵੀਆਂ ਨੂੰ ਜਿਹੜੀ ਉੱਥੇ ਬੈਠੀਆਂ ਨੇ, ਤੇ ਐਂਡ ਇਸ ਸੰਘਰਸ਼ ਨੂੰ, ਇਸ ਕਿਸਾਨੀ ਅੰਦੋਲਨ ਨੂੰ ਇੱਕ ਇਤਿਹਾਸ ਵਾਂਗੂ ਉਹਨਾਂ ਨੇ ਬਣਾ ਦਿੱਤਾ ਹੈ। ਸੋ ਖੈਰ ਸਾਹਿਬ, ਵਾਕਈ ਜੋ ਮਾਹੌਲ ਇਸ ਵਕਤ ਉੱਥੇ ਪੈਦਾ ਹੋ ਚੁੱਕਿਆ, 54 ਦਿਨ ਜਿਹੜੇ ਨੇ ਹੋ ਚੁੱਕੇ ਨੇ, ਲਗਭਗ 2 ਮਹੀਨੇ ਹੋ ਚੁੱਕੇ ਨੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸਾਡੇ ਸਾਰੇ ਕਿਸਾਨ ਵੀਰਾਂ ਨੂੰ। ਤੇ ਜੇਕਰ ਗੱਲ ਕਰੀਏ ਤਾਂ ਹਰ ਇੱਕ ਇਨਸਾਨ ਜਿਹੜਾ ਹੈ ਪੰਜਾਬ ਦੇ ਵਿੱਚ ਉੱਥੇ ਜਾਣਾ ਚਾਹੁੰਦਾ ਹੈ। ਕੋਈ ਮਤਲਬ ਨਹੀਂ ਕਿਹੜੀ ਪਾਰਟੀ ਤੋਂ ਬਿਲੋਂਗ ਕਰਦਾ, ਕਿਹੜੇ ਧਰਮ ਨੂੰ ਬਿਲੋਂਗ ਕਰਦਾ, ਕਿਉਂਕਿ ਹਰ ਇੱਕ ਨੂੰ ਇੰਨਾ ਪਤਾ ਲੱਗ ਗਿਆ ਕਿ ਹਾਂ ਵੀ ਜਿਹੜੀ ਧਰਤੀ ਹੈ ਇਸ ਵਕਤ ਪਵਿੱਤਰ ਹੋ ਚੁੱਕੀ ਹੈ। ਸਾਡੇ ਜਿਹੜੇ ਉੱਥੇ ਬਜ਼ੁਰਗ ਬੈਠੇ ਨੇ, ਸਾਡੇ ਜਿਹੜੇ ਨੌਜਵਾਨ ਪੀੜ੍ਹੀ ਉੱਥੇ ਬੈਠੀ ਹੈ, ਉਹ ਕਿੰਨਾ ਸਬਰ ਸੰਤੋਖ ਤੇ ਜਜ਼ਬਾ ਲੈ ਕੇ ਉੱਥੇ ਬੈਠੀ ਹੋਈ ਹੈ। ਸੋ ਹਰ ਇਨਸਾਨ ਉਸ ਚੀਜ਼ ਨੂੰ ਹੰਡਾਉਣਾ ਚਾਹੁੰਦਾ ਹੈ, ਐਂਡ ਜਿਵੇਂ ਕਿ ਮੈਂ ਕਿਹਾ ਕਿ ਉਸ ਨੂੰ ਮੱਥਾ ਟੇਕਣਾ ਚਾਹੁੰਦਾ। ਐਂਡ ਬਾਕੀ ਅੱਜ ਕਿਸਾਨ ਮਹਿਲਾ ਦਿਵਸ ਹੈ, ਐਂਡ ਅਸੀਂ ਵੀ ਉਸ ਧਰਤੀ ਨੂੰ ਇੱਥੇ ਬੈਠੇ ਬੈਠੇ ਸਜਦਾ ਕਰਦੇ ਹਾਂ, ਮੱਥਾ ਟੇਕਦੇ ਹਾਂ, ਐਂਡ ਦੁਆਵਾਂ ਵਿੱਚ ਹਮੇਸ਼ਾ ਯਾਦ ਕਰਦੇ ਹਾਂ ਕਿ ਹਾਂ ਵੀ ਉਹ ਜਿਹੜੇ ਸਾਡੇ ਉੱਤੇ ਬੈਠੇ ਨੇ ਨਾ, ਉਹ ਬਸ ਹੁਣ ਜਿੱਤ ਕੇ ਹੀ ਵਾਪਸ ਆਉਣ। ਸੋ ਖੈਰ ਸਾਹਿਬ, ਹੁਣ ਜੇਕਰ ਗੱਲ ਕਰੀਏ ਕਿ ਸੁਪਰੀਮ ਕੋਰਟ ਦਾ ਅੱਜ ਫੈਸਲਾ ਆਉਣਾ ਸੀਗਾ, ਜਿਹੜਾ ਦਿੱਲੀ ਪੁਲਿਸ ਨੇ ਪਹਿਲਾਂ ਪਟੀਸ਼ਨ ਦਾਇਰ ਕੀਤੀ ਹੋਈ ਸੀਗੀ ਕਿ ਹਾਂ ਵੀ ਜਿਹੜਾ ਕਿਸਾਨਾਂ ਦਾ ਟਰੈਕਟਰ ਮਾਰਚ ਹੈ, ਠੀਕ ਹੈ, ਜੋ ਕਿ 26 ਜਨਵਰੀ ਨੂੰ ਉਹਨਾਂ ਨੇ ਡਿਸਾਈਡ ਕੀਤਾ ਕਿ 26 ਜਨਵਰੀ ਨੂੰ ਅਸੀਂ ਕੱਢਾਂਗੇ, ਤਾਂ ਉਹਨੂੰ ਸਿਕਿਉਰਿਟੀ ਦੇ ਪਰਪਸ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀਗੀ, ਜਿਸ ਵਿੱਚ ਸੁਪਰੀਮ ਕੋਰਟ ਦਾ ਅੱਜ ਫੈਸਲਾ ਆਇਆ ਕਿ ਹਾਂ ਬਈ ਜਿਹੜੀ ਪਲੇਸ ਹੈ, ਜਿਹੜਾ ਰੂਟ ਹੈ, ਉਹ ਦਿੱਲੀ ਪੁਲਿਸ ਡਿਸਾਈਡ ਕਰੇਗੀ। ਇਸ ਤੋਂ ਇਲਾਵਾ ਜਿਹੜੀ ਹੋਰ ਵੀ ਜਿਹੜੀ ਗੱਲਾਂ ਹੋਣਗੀਆਂ ਉਹ ਡਿਸਾਈਡ ਕਰੇਗੀ। ਹੁਣ ਸੁਪਰੀਮ ਕੋਰਟ ਹੀ ਅਗਲੀ 20 ਜਨਵਰੀ ਨੂੰ ਸੁਣਵਾਈ ਹੋਏਗੀ ਇਸ ਬਾਬਤ। ਮੋਹਿਤ ਜੀ, ਜਦੋਂ ਆਪਾਂ ਗੱਲ ਕਰ ਰਹੇ ਸੀ ਸੁਪਰੀਮ ਕੋਰਟ ਬਾਰੇ ਗੱਲ ਕਰ ਰਹੇ ਸੀ, ਜਦੋਂ ਇਸ ਪਟੀਸ਼ਨ ਦੇ ਬਾਰੇ ਗੱਲ ਹੁੰਦੀ ਹੈ ਤੇ ਆਮ ਇੱਕ ਖਿਲਾਅ ਜਿਹੜਾ ਅਸੀਂ ਉਹਦੇ ਬਾਰੇ ਹਰ ਵਾਰ ਗੱਲ ਕਰਦੇ ਹਾਂ। ਅੱਜ ਜਿਹੜਾ ਹੈ ਇਹ ਵੱਖਰੇ ਜਿਹੜੇ ਚੈਨਲ ਸੀ ਉਹਦੇ 'ਤੇ ਇੱਕ ਖਬਰ ਜਿਹੜੀ ਹੈ ਉਹ ਇਹ ਫੈਲਣ ਡਈ ਸੀ ਕਿ ਜਿਹੜਾ 26 ਜਨਵਰੀ ਹੈ ਉਹ ਇੱਕ ਤਰੀਕੇ ਦੇ ਨਾਲ ਬਹੁਤ ਵਧੀਆ ਦਿਨ ਹੈ, ਔਰ ਜਿਹੜਾ ਇੰਡੀਅਨ ਇੰਸਟੀਚਿਊਟ ਹੈ ਉਹਦੇ ਵਿੱਚ ਜਿਹੜਾ ਇੱਕ ਤਰੀਕੇ ਦੇ ਨਾਲ ਬਹੁਤ ਭਾਵਕ ਦਿਨ ਹੈ। ਸੋ ਇਹ ਕਿਤੇ ਨਾ ਕਿਤੇ ਜੇ ਇਹ ਕੰਮ ਕਰਦੇ ਆ ਤੇ ਉਸ ਨੈਸ਼ਨਲ ਡੇ ਦੀ ਜਿਹੜੀ ਕਹਿੰਦੇ ਆ ਕਿ ਉੱਦਾਂ ਦੀ ਸਾਖ ਨਹੀਂ ਰਹਿੰਦੀ ਹੈਗੀ, ਉੱਦਾਂ ਦਾ ਪ੍ਰਭਾਵ ਨਹੀਂ ਰਹਿੰਦਾ ਇਹ, ਕਿਉਂਕਿ ਇੱਕ ਤਰੀਕੇ ਦੇ ਨਾਲ ਉਹਨੂੰ ਠੇਸ ਪਹੁੰਚਾਉਣ ਦੀ ਗੱਲ ਹੈ। ਸੋ ਇਹ ਜਿਹੜਾ ਅਸੀਂ ਵੱਖਰੇ ਨੈਸ਼ਨਲ ਜਿਹੜਾ ਮੀਡੀਆ ਹੈ ਉਹਦੇ ਉੱਤੇ ਵੱਖਰੇ ਜਿਹੜੇ ਇਸ ਕਿਸਾਨ ਵਿਰੋਧੀ ਕਹਿ ਲਓ ਜਾਂ ਫਿਰ ਕਹਿ ਲਓ ਕਿ ਸਰਕਾਰ ਹਮਾਇਤੀ ਲੋਕ ਸੀਗੇ, ਉਹਨਾਂ ਨੇ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ। ਪਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਨੈਸ਼ਨਲ ਡੇ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਤੁਹਾਡਾ ਜਿਹੜਾ ਆਮ ਜਨਤਕ ਹੈ ਉਹ ਸੁਰੱਖਿਅਤ ਹੋਵੇ, ਤੁਹਾਡੇ ਹੱਕਾਂ ਦੇ ਵਿੱਚ ਹੋਵੇ, ਅੰਦਰ ਪ੍ਰੋਸਪੈਰਿਟੀ ਹੋਵੇ। ਤੁਸੀਂ ਕਿੱਦਾਂ ਕਲੇਮ ਕਰ ਸਕਦੇ ਹੋ ਕਿ ਇਹ ਦਿਨ ਜਿਹੜੇ ਨੇ ਨੈਸ਼ਨਲਿਜ਼ਮ ਨੂੰ ਜਿਹੜਾ ਹੈ ਪ੍ਰਮੋਟ ਕਰਦੇ ਆ। ਹੁਣ ਗੱਲ ਕਰੀਏ 54ਵਾਂ ਦਿਨ ਹੈ। ਇਹ 54ਵਾਂ ਦਿਨ ਥੋੜਾ ਦਿਨ ਨਹੀਂ ਹੁੰਦੇ ਹੈਗੇ, ਇਹ ਬਹੁਤ ਵੱਡੇ ਦਿਨ ਹੈ। ਔਰ ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਜੇ ਇੰਨਾ ਹੀ 26 ਜਨਵਰੀ ਦਾ ਡਰ ਸੀਗਾ ਤੇ ਇਹ ਕਿਉਂ ਨਹੀਂ ਇੱਕ ਟੁੱਕ ਹੋ ਕੇ ਇੱਕ ਕੰਕਰੀਟ ਪ੍ਰਪੋਜ਼ਲ ਲਿਆ ਕੇ ਇਹਨੂੰ ਖਤਮ ਕਿਉਂ ਨਹੀਂ ਕਰਦੇ। ਫਿਰ ਦੂਸਰੇ ਬੰਨੇ ਅਸੀਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ। ਸੁਪਰੀਮ ਕੋਰਟ ਇਦਾਂ ਦਾ ਇੰਸਟੀਟਿਊਸ਼ਨ ਹੈ ਜਿਹਦੇ ਕੋਲ ਸਾਨੂੰ ਬਹੁਤ ਜ਼ਿਆਦਾ ਤਵੱਕੋ ਸੀ ਕਿ ਇਹ ਸਾਡੇ ਹੱਕ 'ਚ ਗੱਲ ਕਰੇਗਾ। ਚਲੋ ਉਹਨਾਂ ਨੇ ਕੀਤੀ ਵੀ ਗੱਲ, ਉਹਨਾਂ ਨੇ ਕਿਹਾ ਕਿ ਵਿਰੋਧ ਕਰਨਾ ਕਿਸੇ ਵੀ ਜਿਹੜਾ ਪੀਸਫੁਲ ਵਿਰੋਧ ਹੈ, ਪੀਸਫੁਲ ਐਜੀਟੇਸ਼ਨ ਹੈ, ਉਹ ਹਰ ਇੱਕ ਬੰਦੇ ਦਾ ਜਿਹੜਾ ਹੈ ਅਧਿਕਾਰ ਹੈ, ਜਿਹੜਾ ਲੋਕਤੰਤਰ ਦੇ ਵਿੱਚ ਰਹਿੰਦਾ ਹੈ। ਪਰ ਪਹਿਲਾਂ ਉਹਦੇ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ
ਕਿ ਮੈਂ ਜਿਹੜੀ ਅਸੀਂ ਕਮੇਟੀ ਬਣਾਈ ਆ ਅਸੀਂ ਉਹਦੇ ਬਾਰੇ ਕਿਸੇ ਤੋਂ ਸੁਣਨਾ ਨਹੀਂ ਹੈਗਾ। ਸਾਡੇ ਜਿਹੜੇ ਵਕੀਲ ਸੀਗੇ ਉਹਨਾਂ ਨੇ ਲਗਾਤਾਰ ਇਹ ਗੱਲ ਕਹਿੰਦੇ ਰਹੇ ਵੀ ਬਈ ਉਹ ਕਹਿੰਦੇ ਜੀ ਅਸੀਂ ਇਸ ਕਮੇਟੀ ਸਾਹਮਣੇ ਨਹੀਂ ਆਉਣਾ, ਅਸੀਂ ਇੱਕ ਟੁਕ ਹੋ ਕੇ ਸਰਕਾਰਾਂ ਨਾਲ ਗੱਲ ਕਰ ਸਕਦੇ ਹਾਂ। ਫਿਰ ਦੇਖ ਮੈਂ ਆਪਾਂ ਬਾਰ-ਬਾਰ ਇੱਥੇ ਗੱਲ ਕਰਦੇ ਹਾਂ ਕਿਉਂਕਿ ਹੁਣ 26 ਜਨਵਰੀ ਆ, ਉਹ ਇੱਕ ਪ੍ਰਤੀਕ ਕਾਹਦਾ ਆ? ਉਹ ਪ੍ਰਤੀਕ ਇਹ ਆ ਕਿ ਉਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀਗਾ। ਫਿਰ ਜਦੋਂ ਸੰਵਿਧਾਨ ਦੀ ਗੱਲ ਆਉਂਦੀ ਆ, ਸਾਨੂੰ ਕੇਸ਼ਵਾਨੰਦਾ ਭਾਰਤੀ ਦਾ ਜਿਹੜਾ ਕੇਸ ਹੈ ਉਹਨੂੰ ਵੀ ਦੇਖਣਾ ਪੈਣਾ। ਉਹ ਜਦੋਂ ਸੰਵਿਧਾਨ ਬਣ ਗਿਆ ਤੇ ਆਮ ਲੋਕਾਂ ਦੇ ਵਿੱਚ ਇਹ ਧਾਰਨਾ ਸੀ ਕਿ ਸੰਵਿਧਾਨ ਤਾਂ ਕੱਟੜੀ ਬਹੁਤ ਆ, ਇਹਨੂੰ ਜਿਹੜਾ ਆ ਅਸੀਂ ਕਿਸੇ ਤਰੀਕੇ ਦੇ ਨਾਲ ਗੱਲਬਾਤ ਕਰ ਸਕਦੇ ਹਾਂ। ਉਹ ਕੇਸ਼ਵਾਨੰਦਾ ਭਾਰਤੀ ਜਿਹੜਾ ਕੇਸ ਹੈ ਉਹ ਪਹਿਲੀ ਵਾਰ ਸਰਕਾਰ ਦੇ ਖਿਲਾਫ ਸੀਗਾ, ਜਾਂ ਇਹ ਕਹਿ ਲਓ ਕਿ ਕੇਸ਼ਵਨੰਦ ਭਾਰਤੀ ਵਰਸਸ ਸਟੇਟ ਕੇਸ ਸੀਗਾ। ਉਹਦੇ ਵਿੱਚ ਜਿਹੜਾ ਕੇਸ ਆਉਂਦਾ ਹੈ ਉਹਦੇ ਵਿੱਚ ਇਹ ਕਿਹਾ ਕਿ ਹਾਂ ਚਲੋ ਜਿਹੜਾ ਸੰਵਿਧਾਨ ਬਣ ਗਿਆ ਆ ਉਹਦੇ ਵਿੱਚ ਮੰਨਿਆ ਕਿ ਤੁਸੀਂ ਜਿਹੜਾ ਫੇਰ ਬਦਲ ਕਰਨਾ ਬਹੁਤ ਔਖਾ ਆ, ਪਰ ਤੁਸੀਂ ਸੋਧਾ ਕਰ ਸਕਦੇ ਹੋ ਉਹਦੇ ਵਿੱਚ, ਕਿਉਂਕਿ ਸਮੇਂ ਦਾ ਹਾਣ ਬਣਨ ਦੇ ਲਈ ਤੁਹਾਨੂੰ ਬਹੁਤ ਸਾਰੀਆਂ ਸੋਧਾਂ ਕਰਨੀਆਂ ਪੈਣੀਆਂ। ਇੱਕ ਛੋਟੀ ਜਿਹੀ ਐਗਜ਼ਾਮਪਲ ਆ, ਸਾਡੇ ਦਾਦੇ ਪੜਦਾਦੇ ਕਹਿੰਦੇ ਹੁੰਦੇ ਸੀ ਕਿ ਜਦੋਂ ਅੰਗਰੇਜ਼ਾਂ ਦੇ ਟਾਈਮ, ਬ੍ਰਿਟਿਸ਼ ਟਾਈਮ ਜਦੋਂ ਉਹ ਨੌਕਰੀ ਕਰਦੇ ਸੀ ਪੁਲਿਸ ਦੇ ਵਿੱਚ, ਤੇ ਉਹਨਾਂ ਨੂੰ ਸਾਈਕਲ ਭੱਤਾ ਮਿਲਦਾ ਸੀਗਾ। ਤੇ ਉਹਨਾਂ ਨੇ ਕਿਹਾ ਕਿ ਸਾਈਕਲ ਭੱਤਾ ਸਾਨੂੰ ਹੁਣ ਤੱਕ ਮਿਲਦਾ ਰਿਹਾ, 1992-93 ਤੱਕ ਸਾਨੂੰ ਸਾਈਕਲ ਭੱਤਾ ਆਉਂਦਾ ਸੀ ਜਿਹੜਾ 1 ਰੁਪਈਆ 2 ਰੁਪਈਏ 5 ਰੁਪਏ ਤੱਕ ਸੀਗਾ। ਫਿਰ ਜਦੋਂ ਤੁਸੀਂ ਉਹ ਸਾਈਕਲ ਭੱਤੇ ਦੀ ਗੱਲ ਕਰਦੇ ਹੋ, ਹੁਣ ਸਾਈਕਲ ਭੱਤੇ ਦੀ ਲੋੜ ਨਹੀਂ ਹੈਗੀ, ਉਹਦੀ ਜਗ੍ਹਾ ਤੁਹਾਨੂੰ ਕੋਈ ਹੋਰ ਭੱਤੇ ਚਾਹੀਦੇ ਨੇ, ਚਾਹੇ ਉਹ ਟਰੈਵਲ ਅਲਾਊਂਸ ਹੋ ਗਿਆ, ਚਾਹੇ ਉਹ ਅਕੋਮੋਡੇਸ਼ਨ ਹੋ ਗਿਆ, ਇਦਾਂ ਦੇ ਅਲਾਊਂਸ ਤੁਹਾਨੂੰ ਚਾਹੀਦੇ ਹੁੰਦੇ ਨੇ। ਸੋ ਸਮੇਂ ਦਾ ਹਾਣੀ ਬਣਨ ਦੇ ਲਈ ਉਹਦੇ ਵਿੱਚ ਵੀ ਤਰਮੀਮ ਕੀਤੀ ਗਈ ਇੱਕ ਤਰੀਕੇ ਦੇ ਨਾਲ। ਸੋ ਇਹ ਤਰੀਕੇ ਦੀਆਂ ਤਰਮੀਮਾਂ ਕਰਨ ਦੇ ਲਈ, ਸਮੇਂ ਦੇ ਹਾਣੀ ਹੋਣ ਦੇ ਲਈ ਤਰਮੀਮਾਂ ਦੀ ਲੋੜ ਹੈ, ਜਾਂ ਕਹਿ ਲਓ ਕਿ ਜਿਹੜੀਆਂ ਅਸੀਂ ਕਹਿੰਦੇ ਆ ਇੱਕ ਤਰੀਕੇ ਦੇ ਨਾਲ ਅਮੈਂਡਮੈਂਟਸ ਦੀ ਲੋੜ ਹੈ। ਫਿਰ ਜਦੋਂ ਸੁਪਰੀਮ ਕੋਰਟ ਦੀ ਗੱਲ ਆਉਂਦੀ ਹੈ, ਤੇ ਸੁਪਰੀਮ ਕੋਰਟ ਇੱਕ ਇਦਾਂ ਦੀ ਏਜੰਸੀ ਹੈ, ਇੱਕ ਇਦਾਂ ਦਾ ਅਦਾਰਾ ਹੈ ਜਿਹੜਾ ਇਸ ਕਨਸਟੀਟਿਊਸ਼ਨ ਦੇ ਉੱਤੇ ਨਿਗਾਹ ਰੱਖਦਾ ਹੈ ਕਿ ਬਈ ਕਨਸਟੀਟਿਊਸ਼ਨ ਦਾ ਜਿਹੜਾ ਉਲੰਘਣਾ ਤਾਂ ਨਹੀਂ ਕਿਤੇ ਹੋ ਰਹੀ। ਆਪਾਂ ਗੱਲ ਕਰਦੇ ਹੁੰਦੇ ਸੂ ਮੋਟੋ ਲੈਣਾ। ਸੂ ਮੋਟੋ ਲੈਣਾ ਇੱਕ ਤਰੀਕੇ ਦੀ ਪ੍ਰਕਿਰਿਆ ਆ। ਜਦੋਂ ਸਰਕਾਰਾਂ ਜਿਹੜੀਆਂ ਨੇ ਆਪਣੇ ਚੰਗੇ ਤਰੀਕੇ ਨਾਲ ਕੰਮ ਨਹੀਂ ਕਰਦੀਆਂ, ਇਹਨਾਂ ਦੀਆਂ ਬਣਾਈਆਂ ਹੋਈਆਂ ਏਜੰਸੀਆਂ ਚੰਗੇ ਤਰੀਕੇ ਨਾਲ ਨਹੀਂ ਕੰਮ ਕਰਦੀਆਂ, ਯਾਨੀ ਕਿ ਆਪਾਂ ਕਹਿ ਲਈਏ ਕਿ ਕਨਸਟੀਟਿਊਸ਼ਨ ਦੇ ਉੱਤੇ ਜਾਂ ਇਸ ਸੰਵਿਧਾਨ ਦੇ ਉੱਤੇ ਪਹਿਰਾ ਦੇਣ ਦੇ ਲਈ ਸੁਪਰੀਮ ਕੋਰਟ ਜਿਹੜਾ ਹੈ ਉਹ ਕੜੀ ਹੈ ਜਿਹੜੀ ਇੱਕ ਨਿਆਂਪਾਲਿਕਾ ਦੇ ਵਿੱਚ ਤੇ ਸੰਵਿਧਾਨ ਦੇ ਵਿੱਚ ਜਿਹੜਾ ਹੈ ਇੱਕ ਜੋੜਵਾਂ ਤਰੀਕਾ ਬਣਾ ਕੇ ਰੱਖਦੀ ਹੈ। ਹੁਣ ਜਦੋਂ ਸੁਪਰੀਮ ਕੋਰਟ ਨੇ ਇਸ ਦੀ ਵੈਧਤਾ ਨਹੀਂ ਚੈੱਕ ਕੀਤੀ ਕਿ ਬਈ ਜਿਹੜੇ ਸਟੇਟ ਸਬਜੈਕਟ ਸੀਗੇ ਉਹਨਾਂ ਦੇ ਉੱਤੇ ਕੇਂਦਰ ਸਰਕਾਰ ਕਿਉਂ ਕਾਨੂੰਨ ਬਣਾਉਂਦੀ ਹੈ, ਸਭ ਤੋਂ ਪਹਿਲੀ ਗੱਲ ਹੈ ਸੁਪਰੀਮ ਕੋਰਟ ਤੋਂ ਸਾਨੂੰ ਬਹੁਤ ਜ਼ਿਆਦਾ ਤਵੱਕੁ ਸੀਗੀ। ਇਸ ਕਰਕੇ ਕਿਸਾਨ ਜਿਹੜੇ ਕਹਿੰਦੇ ਨੇ ਕਿ ਅਸੀਂ ਇਸ ਕਮੇਟੀ ਦੇ ਜਿਹੜਾ ਹੈ ਮੂਹਰੇ ਨਹੀਂ ਜਾਣਾ। ਫਿਰ ਜਦੋਂ ਹੁਣ ਆਪਾਂ ਕਹਿੰਦੇ ਆ ਕਿ ਕਮੇਟੀ ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈ ਉਹ ਤਾਂ ਪਹਿਲਾਂ ਹੀ ਜਵਾਬ ਦੇ ਗਿਆ, ਉਹ ਆਪਣੇ ਪੈਰ ਪਿੱਛੇ ਖਿੱਚ ਲਏ ਉਹਨੇ, ਤੇ ਉਸ ਕਮੇਟੀ ਦਾ ਕੋਈ ਜਿਹੜਾ ਹੈ ਪ੍ਰਸ਼ਨ ਨਹੀਂ ਰਹਿੰਦਾ। ਪਰ ਕੌਣ ਕਹਿੰਦਾ ਜੀ ਕਿ ਕਮੇਟੀ ਜਿਹੜੀ ਆ ਉਹ 3 ਬੰਦਿਆਂ ਦੀ ਨਹੀਂ ਹੋ ਸਕਦੀ, ਹੈ ਨਾ। ਹੁਣ ਕਮੇਟੀ ਦੀ ਜਿਹੜੀ ਮੀਟਿੰਗ ਆ ਉਹ ਕੱਲ੍ਹ ਹੈ, ਔਰ ਦੇਖਣ ਵਾਲੀ ਗੱਲ ਹੁੰਦੀ ਹੈ ਕਿ ਕਮੇਟੀ ਜਿਹੜੀ ਹੈ ਉਹ ਕੀ ਕਹਿੰਦੀ ਹੈ, ਕਿਉਂਕਿ ਕਿਸਾਨ ਜਥੇਬੰਦੀਆਂ ਇਹ ਲਗਾਤਾਰ ਕਹਿਣੀਆਂ ਜੀ ਅਸੀਂ ਇਸ ਕਮੇਟੀ ਦੇ ਨਾਲ ਗੱਲਬਾਤ ਨਹੀਂ ਕਰਨੀ। ਦੂਸਰਾ ਪੁਆਇੰਟ ਇਹ ਆਉਂਦਾ ਆ ਕਿ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਕੋਈ ਕਮੇਟੀ ਬਣਾਓ, ਕੀ ਕਿਸਾਨਾਂ ਨੇ ਕਿਹਾ ਸੀ ਸੁਪਰੀਮ ਕੋਰਟ ਨੂੰ ਕਮੇਟੀ ਬਣਾਓ? ਫਿਰ ਸੁਪਰੀਮ ਕੋਰਟ ਨੂੰ ਕਿੱਦਾਂ ਲੱਗਿਆ ਕਿ ਇਹ ਕਮੇਟੀ ਬਣਨੀ ਚਾਹੀਦੀ ਆ, ਜਦੋਂ ਕਿ ਤੁਹਾਡੀ ਜਿਹੜੀ ਫੈਡਰਲ ਜਿਹੜੀ ਆਪਾਂ ਕਹਿ ਲਈਏ ਕਿ ਇੱਕ ਸੰਘੀ ਢਾਂਚੇ ਦੀ, ਇੱਕ ਲੋਕਤੰਤਰ ਢਾਂਚੇ ਦੀ ਜਿਹੜੀ ਗਵਰਨਮੈਂਟ ਹੈ ਉਹਨੂੰ ਨਹੀਂ ਲੱਗਦਾ ਕਿ ਕਮੇਟੀ ਜਿਹੜੀ ਹੈ ਉਹਦੀ ਜ਼ਰੂਰਤ ਹੈ, ਨਾ ਹੀ ਦੂਸਰੀ ਧਿਰ ਨੂੰ ਲੱਗਣ ਡਿਆ ਕਿ ਕਮੇਟੀ ਦੀ ਜ਼ਰੂਰਤ ਹੈ, ਕਿਉਂਕਿ ਉਹ ਤਾਂ ਲਗਾਤਾਰ ਆਪਣੀਆਂ ਗੱਲਾਂ ਬਾਤਾਂ ਕਰ ਰਹੇ ਨੇ। ਫਿਰ ਸੁਪਰੀਮ ਕੋਰਟ ਨੂੰ ਕਿਉਂ ਲੱਗਾ ਕਿ ਇਹ ਗੱਲ ਜਿਹੜੀ ਹੈ ਕਮੇਟੀ ਦੀ ਜ਼ਰੂਰਤ ਹੈ? ਇੱਕ ਇਹ ਵੈਧਤਾ ਜਾਣਨੀ ਬਹੁਤ ਜ਼ਰੂਰੀ ਹੈ। ਸੋ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਜਿਹੜੇ ਆਰਗੇਨਾਈਜੇਸ਼ਨ ਨੇ ਜਾਂ ਫਿਰ ਇਹ ਵੱਡੀਆਂ ਆਰਗੇਨਾਈਜੇਸ਼ਨ ਨੇ, ਇਹ ਕਿਤੇ ਨਾ ਕਿਤੇ ਸਰਕਾਰ ਦੀ ਬੋਲੀ ਬੋਲਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਜੀ, ਬਾਕੀ ਖੈਰ ਸਾਹਿਬ ਜਿਵੇਂ ਸਰਕਾਰ ਦੀ ਗੱਲ ਕਰੀਏ ਤਾਂ ਉਹ ਕਿੰਨੇ ਜ਼ੋਰਾਂ ਸ਼ੋਰਾਂ ਨਾਲ ਕੋਸ਼ਿਸ਼ ਕਰ ਰਹੇ ਨੇ ਕਿ 26 ਜਨਵਰੀ ਦੀ ਜਿਹੜੀ ਟਰੈਕਟਰ ਮਾਰਚ ਹੈ ਉਹ ਨਾ ਹੋ ਸਕੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਉਹਨਾਂ ਦੇ ਸੰਵਿਧਾਨ ਨੂੰ ਨੁਕਸਾਨ ਪਹੁੰਚੇਗਾ, ਉਹ ਡੇ ਨੂੰ ਨੁਕਸਾਨ ਪਹੁੰਚੇਗਾ। ਐਂਡ ਈਵਨ ਜਦੋਂ ਫਿਊਚਰ ਵਿੱਚ ਇਸ ਦਿਨ ਬਾਰੇ ਗੱਲ ਕੀਤੀ ਜਾਵੇਗੀ ਤਾਂ ਉਹਨਾਂ ਨੂੰ ਲੱਗੂਗਾ ਕਿ ਹਾਂ ਵੀ ਉਹ ਚੀਜ਼ ਨੂੰ ਰੋਕ ਸਕਦੇ ਸੀਗੇ। ਬਈ ਜੇ ਰੋਕਣ ਵਾਲੀ ਗੱਲ ਹੈ ਤਾਂ ਜਿਵੇਂ ਤੁਸੀਂ ਸਾਰੀਆਂ ਗੱਲਾਂ ਸੁਣਾਈਆਂ ਕਿ ਸਾਰੇ ਕੰਮ ਆਪ ਉਹਨਾਂ ਨੇ ਅਨਕਨਸਟੀਟਿਊਸ਼ਨਲ ਕੀਤੇ ਨੇ, ਭਾਵੇਂ ਉਸ ਕਾਨੂੰਨ ਨੂੰ ਲਿਆਉਣ ਦੀ ਗੱਲ ਹੋਵੇ, ਠੀਕ ਹੈ, ਭਾਵੇਂ ਫਿਰ ਬਾਅਦ 'ਚ ਕਿਸਾਨਾਂ ਨੂੰ ਰੋਕਣ ਦੀ ਗੱਲ ਹੋਵੇ। ਹੁਣ ਉਹੀ ਸੰਵਿਧਾਨ ਜਿਹੜਾ ਕਹਿੰਦਾ ਕਿ ਹਾਂ ਵੀ ਤੁਸੀਂ ਬੋਲਣ ਦਾ ਹੱਕ ਰੱਖਦੇ ਹੋ, ਤੁਸੀਂ ਕਿਤੇ ਵੀ ਫ੍ਰੀ ਮੂਵ ਕਰਨ ਦਾ ਹੱਕ ਰੱਖਦੇ ਹੋ, ਉਹ ਕਿੱਥੇ ਉਹਨਾਂ ਦੀ ਮੈਂ ਕਹਿੰਦਾ ਪਾਲਣਾ ਕੀਤੀ ਗਈ ਹੈ? ਹਰ ਥਾਂ ਤੁਸੀਂ ਉਹਨਾਂ ਦੇ ਅੱਗੇ ਬੈਰੀਗੇਡਸ ਲਗਾ ਦਿੱਤੇ ਨੇ, ਉਹਨਾਂ ਦੇ ਉੱਪਰ ਤਸ਼ੱਦਦ ਢਾਈ ਹੈ, ਠੀਕ ਹੈ। ਹੁਣ ਜੇ ਰਾਮਨਾਥ ਬੈਠੇ ਨੇ ਉਹ ਕਹਿ ਰਹੇ ਨੇ ਕਿ ਹਾਂ ਵੀ ਆਪਾਂ 26 ਜਨਵਰੀ ਨੂੰ ਦੇਸ਼ ਦੇ ਵਿੱਚ, ਉਹ ਉਹਨਾਂ ਨੇ ਸਾਫ਼ ਕਹਿਤਾ ਕਿ ਹਾਂ ਵੀ ਸਾਡੀ ਜਿਹੜੀ ਪਰੇਡ ਹੈ ਉਹਦੇ ਨਾਲ ਕੋਈ ਵੀ ਸਾਡੇ ਕੋਲ ਰਾਬਤਾ ਨਹੀਂ ਹੋਏਗਾ, ਅਸੀਂ ਰਿੰਗ ਰੋਡ ਦੇ ਆਲੇ ਦੁਆਲੇ ਜਿਹੜਾ ਹੈ ਆਪਣਾ ਜਿਹੜਾ ਟਰੈਕਟਰ ਮਾਰਚ ਉਹ ਕੱਢਾਂਗੇ। ਉਹਨਾਂ ਨੇ ਤਿਰੰਗੇ ਝੰਡੇ ਲਾਉਣ ਦੀ ਗੱਲ ਕੀਤੀ ਆ, ਆਪਣਾ ਕਿਸਾਨੀ ਝੰਡਾ ਉੱਥੇ ਲੱਗੇਗਾ, ਕਹਿੰਦੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ, ਬੜਾ ਪੀਸਫੁਲ। ਕਿਉਂਕਿ ਅਸੀਂ ਸਾਰੇ ਗਵਾਹ ਹਾਂ ਕਿ 54 ਦਿਨ ਜਿਹੜੇ ਨੇ ਹੋ ਚੁੱਕੇ ਨੇ, ਇੱਕ ਸਿੰਗਲ ਘਟਨਾ, ਇੱਕ ਸਿੰਗਲ ਹਿੰਸਾ ਦੀ ਗੱਲ ਉੱਥੋਂ ਸਾਹਮਣੇ ਨਹੀਂ ਆਉਂਦੀ ਹੈ, ਟੱਚਵੁੱਡ। ਤੇ ਹੁਣ ਜੇ ਉਹ ਕਹਿ ਰਹੇ ਨੇ ਕਿ ਹਾਂ ਵੀ 26 ਜਨਵਰੀ ਨੂੰ ਵੀ ਕੁਝ ਨਹੀਂ ਹੋਏਗਾ, ਉਹਨਾਂ ਦੇ ਬਾਰੇ ਫਿਰ ਵੀ ਸੁਪਰੀਮ ਕੋਰਟ ਵਿੱਚ ਆ ਕੇ ਦਖਲਅੰਦਾਜ਼ੀ ਕਰ ਰਿਹਾ, ਚਾਹੇ ਕਮੇਟੀ ਦੀ ਗੱਲ ਹੋਵੇ ਤੇ ਭਾਵੇਂ ਹੁਣ ਇਸ 26 ਜਨਵਰੀ ਬਾਰੇ ਗੱਲ ਹੋਵੇ। ਹੁਣ ਉਹਦੇ ਬਾਰੇ ਜਿਹੜਾ ਫੈਸਲਾ ਹੈ ਅਗਲਾ ਹੁਣ 20 ਤਰੀਕ ਨੂੰ ਜਿਹੜਾ ਹੈ ਆਏਗਾ। ਇਸ ਤੋਂ ਪਹਿਲਾਂ ਜੇਕਰ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ ਫਿਰ ਜਿਹੜੀ ਕਿਸਾਨਾਂ ਤੇ ਕੇਂਦਰ ਦੇ ਵਿਚਕਾਰ ਜਿਹੜੀ ਅਗਲੀ ਗੇੜ ਦੀ ਮੀਟਿੰਗ ਹੈ ਉਹ ਹੋਣ ਜਾ ਰਹੀ ਹੈ। ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਂ ਵੀ ਉਹਦੇ ਤੋਂ ਕੋਈ ਵੱਡੀ
ਜਿਹੜੀ ਗੱਲ ਹੈ ਸਾਹਮਣੇ ਨਹੀਂ ਆਵੇਗੀ। ਬਟ ਫਿਰ ਵੀ ਇਸ ਤੋਂ ਪਹਿਲਾਂ ਹੀ, ਕਿਉਂਕਿ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਕਾਫੀ ਵਾਰੀ ਅਸੀਂ ਆਪਣੇ ਚੈਨਲ ਦੇ ਜ਼ਰੀਏ, ਕਿ ਹੁਣ ਕਿਤੇ ਨਾ ਕਿਤੇ ਜਿਹੜੀ ਕੇਂਦਰ ਸਰਕਾਰ ਹੈ ਉਹ ਹੁਣ ਕਿਸਾਨਾਂ ਦੇ ਉੱਪਰ ਪ੍ਰੈਸ਼ਰ ਬਣਾ ਰਹੀ ਹੈ ਕਿ ਹਾਂ ਬਈ ਜਿਹੜੇ ਕਿਸਾਨ ਨੇ ਆਪਣੀ ਗੱਲ ਤੇ ਅੜੇ ਹੋਏ ਨੇ, ਇਹ ਅੱਗੇ ਆ ਕੇ ਝੁਕ ਨਹੀਂ ਰਹੇ, ਕੰਪਰੋਮਾਈਜ਼ ਨਹੀਂ ਕਰ ਰਹੇ। ਇਹੀ ਗੱਲ ਹੈ ਕਿ ਕੱਲ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ ਹੁਣੀ, ਉਹਨਾਂ ਦਾ ਬਿਆਨ ਆਉਂਦਾ ਕਿ ਹਾਂ ਵੀ ਹੁਣ ਕਿਸਾਨਾਂ ਨੂੰ ਅੱਗੇ ਆਉਣਾ ਚਾਹੀਦਾ ਕਿ ਹਾਂ ਵੀ ਅਸੀਂ ਸੋਧ ਕਰਨ ਨੂੰ ਤਿਆਰ ਹਾਂ, ਅਸੀਂ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ, ਪਰ ਜਿਹੜੇ ਬਿੱਲ ਨੇ ਇਹ ਬਿੱਲ ਇੱਦਾਂ ਦੇ ਇੱਦਾਂ ਰਹਿਣਗੇ। ਹੁਣ ਕਿਸਾਨਾਂ ਦੀ ਵਾਰੀ ਹੈ ਜੀ ਸਾਡੇ ਕੋਲ ਆਉਣ ਦੀ, ਤੇ ਅਸੀਂ ਉਹਦੇ ਨਾਲ ਪੂਰਾ ਸਹਿਮਤ ਹੋਵਾਂਗੇ, ਕਿਉਂਕਿ 9 ਗੇੜ ਦੀ ਜਿਹੜੀ ਮੀਟਿੰਗਾਂ ਹੋ ਚੁੱਕੀਆਂ ਨੇ, ਸੇਮ ਬੋਲੀ ਜਿਹੜੀ ਪਹਿਲੇ ਦਿਨ ਤੋਂ ਬੋਲ ਰਹੇ ਸੀਗੇ ਜਿਹੜੀ ਕੇਂਦਰ ਜਿਹੜੇ ਬੋਲਦੇ ਸੀਗੇ, ਹਾਲੇ ਵੀ ਸੇਮ ਬੋਲੀ ਹੀ ਬੋਲਦੇ ਪਏ ਨੇ। ਨੋ ਡਾਊਟ ਸਾਡੇ ਕਿਸਾਨ ਵੀ ਸੇਮ ਗੱਲ ਕਰ ਰਹੇ ਨੇ, ਉਹ ਇੱਕੋ ਗੱਲ ਕਹਿ ਰਹੇ ਨੇ ਕਿ ਸਾਡੇ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਰੱਦ ਕੀਤਾ ਜਾਵੇ, ਕਿਉਂਕਿ ਸਾਡੇ ਲਈ ਕੋਈ ਲਾਹੇਵੰਦ ਨਹੀਂ ਹੈ। ਪਰ ਫਿਰ ਵੀ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਹਾਂ ਵੀ ਜਿਹੜੀ ਕਿਸਾਨ ਜਿਹੜੀ ਕੇਂਦਰ ਹੈ ਉਹ ਕਾਰਪੋਰੇਟ ਦੀ ਬੋਲੀ ਬੋਲਦੀ ਹੈ, ਉਹਨਾਂ ਦੇ ਫਾਇਦੇ ਲਈ ਗੱਲ ਕਰਦੀ ਹੈ, ਐਂਡ ਕਿੰਨੀਆਂ ਸਾਰੀਆਂ ਕੰਪਨੀਆਂ, ਕਿੰਨੀ ਸਾਰੀ ਸਰਕਾਰੀ ਕੰਪਨੀਆਂ ਨੂੰ ਆਲਰੇਡੀ ਉਹਨਾਂ ਦੇ ਹੱਥ ਦੇ ਚੁੱਕੀ ਹੈ। ਸੋ ਦੇਖਣ ਵਾਲੀ ਗੱਲ ਹੋਵੇਗੀ ਕਿ ਕੱਲ ਕੀ ਫੈਸਲਾ ਆਏਗਾ। ਇਸ ਤੋਂ ਇਲਾਵਾ ਜਿਹੜੇ ਕਿਸਾਨ ਜਿਹੜੇ ਨੇ ਉਹ ਪਹਿਲੇ ਕਹਿ ਚੁੱਕੇ ਨੇ ਕਿ ਹਾਂ ਵੀ ਅਸੀਂ ਪੀਸਫੁਲ ਕੱਢਾਂਗੇ ਆਪਣਾ ਸਾਰਾ ਮਾਰਚ, ਬਟ ਫਿਰ ਵੀ ਉਹਨਾਂ ਦੇ ਉੱਪਰ ਉਂਗਲ ਚੱਕੀ ਜਾ ਰਹੀ ਹੈ, ਹੋਰ ਵੀ ਕਾਫੀ ਸਾਰੀ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸੋ ਕੱਲ ਦਾ ਜਿਹੜਾ ਦਿਨ ਹੈ ਕਾਫੀ ਮੁੱਖ ਰੱਖ ਸਕਦਾ ਹੈ। ਬਾਕੀ ਗੱਲ ਦਾ ਦਿਨ ਜਿਹੜਾ ਹੈ ਉਹ ਇੱਕ ਤਰੀਕੇ ਦੇ ਨਾਲ ਬਹੁਤ ਅਹਿਮੀਅਤ ਰੱਖਦਾ ਹੈ। ਪਰ ਉਸ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਜਿਹੜਾ ਸਾਡੇ ਖੇਤੀਬਾੜੀ ਮਿਨਿਸਟਰ ਨੇ ਨਰਿੰਦਰ ਸਿੰਘ ਤੋਮਰ ਹੁਣੀ, ਉਹਨਾਂ ਦਾ ਬਿਆਨ ਆਉਂਦਾ ਹੈ। ਹੁਣ ਦੇਖੋ ਗ੍ਰਾਫ ਕਿਸ ਤਰੀਕੇ ਦੇ ਨਾਲ ਉੱਪਰ ਕਦੇ ਥੱਲੇ ਕਦੇ ਉੱਪਰ ਹੁੰਦਾ ਹੈ। ਜਦੋਂ ਕਿਸਾਨ ਇੱਥੇ ਪਟੜੀਆਂ ਦੇ ਉੱਤੇ ਬੈਠ ਕੇ ਜਿਹੜੇ ਸੀ ਆਪਣੀ ਐਜੀਟੇਸ਼ਨ ਜਿਹੜੀ ਸੀਗੀ ਉਹ ਕਰਦੇ ਸੀਗੇ, ਇੱਕ ਤਰੀਕੇ ਦੇ ਨਾਲ ਉਹਨਾਂ ਨੇ ਪਹਿਲਾਂ ਜਿਹੜਾ ਸੀ ਉਹ ਪਟੜੀਆਂ ਤੇ ਨਹੀਂ ਬੈਠੇ ਸੀਗੇ, ਪਹਿਲਾਂ ਉਹ ਉੱਦਾਂ ਸਰਕਾਰਾਂ ਦੇ ਨਾਲ ਗੱਲਬਾਤ ਕਰਦੇ ਸੀ, ਧਰਨੇ ਲੱਗਣੇ ਸ਼ੁਰੂ ਹੋਏ ਸੀਗੇ। ਫਿਰ ਇੰਟੈਂਸੀਫਾਈ ਕਰਨ ਦੇ ਲਈ ਉਹਨਾਂ ਨੇ ਰੇਲ ਰੋਕੋ ਜਿਹੜਾ ਸੀਗਾ ਅੰਦੋਲਨ ਸ਼ੁਰੂ ਕਰ ਦਿੱਤਾ। ਤਦੋਂ ਫਿਰ ਰੇਲ ਰੋਕੀਆਂ ਗਈਆਂ ਤੇ ਪਹਿਲਾਂ ਸਰਕਾਰ ਨੂੰ ਤੱਤਾ ਲੱਗਣਾ ਸ਼ੁਰੂ ਹੋ ਗਿਆ, ਚਾਹੇ ਉਹ ਸਟੇਟ ਗਵਰਨਮੈਂਟ ਹੋਵੇ ਜਾਂ ਫਿਰ ਉਹ ਸਾਡੀ ਸੈਂਟਰ ਵਾਲੀ ਗਵਰਨਮੈਂਟ ਹੋਵੇ। ਫਿਰ ਉਹਨਾਂ ਨੇ ਕਿਹਾ ਵੀ ਭਾਈ ਇਹ ਤਾਂ ਹੁਣ ਉਹਨਾਂ ਨੇ ਰੇਲ ਰੋਕ ਦਿੱਤੀ ਹੈ, ਹੁਣ ਕੀ ਕੀਤਾ ਜਾਵੇ। ਫਿਰ ਕੀ ਹੋਇਆ, ਫਿਰ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕਰ ਦਿੱਤੀ। ਫਿਰ ਉਸ ਤੋਂ ਬਾਅਦ ਜਿਹੜਾ ਹੈ ਇਹ ਕਿਸਾਨ ਮੰਨੇ ਨਹੀਂ, ਉਹ ਕਹਿੰਦੇ ਜੀ ਤੁਸੀਂ ਜਾਂ ਤਾਂ ਸਾਡੀ ਗੱਲ ਸੁਣੋ ਚੰਗੇ ਤਰੀਕੇ ਨਾਲ, ਕੋਈ ਕੰਕਰੀਟ ਪ੍ਰਪੋਜ਼ਲ ਲੈ ਕੇ ਆਓ, ਫਿਰ ਅਸੀਂ ਗੱਲ ਸੁਣਾਂਗੇ। ਠੀਕ ਹੈ, ਉਸ ਤੋਂ ਬਾਅਦ ਉਹ ਕਹਿੰਦੇ ਜੀ ਇਹਨਾਂ ਨੇ ਤਾਂ ਹੁਣ ਮੰਨਣਾ ਨਹੀਂ, ਵੱਖਰੀਆਂ ਕਾਰਵਾਈਆਂ ਹੋਣੀਆਂ ਸ਼ੁਰੂ ਹੋਈਆਂ। ਫਿਰ ਕੀ ਸੀ, ਮਹੀਨਾ ਡੇਢ ਮਹੀਨਾ ਸੈਂਟਰ ਗਵਰਨਮੈਂਟ ਨੇ ਰੇਲਾਂ ਚੱਲਣ ਨਹੀਂ ਦਿੱਤੀਆਂ, ਚਾਹੇ ਉਹ ਜਿਹੜੀਆਂ ਯਾਤਰੂ ਟ੍ਰੇਨਾਂ ਹੋਵੇ, ਚਾਹੇ ਢੋਆ ਢੁਆਈ ਦੀ ਟ੍ਰੇਨਾਂ ਹੋਵੇ। ਹਾਲ ਇੱਥੋਂ ਤੱਕ ਆ ਗਿਆ ਕਿ ਸਾਡੇ ਕੋਲ ਮਾਈਨਿੰਗ ਦੇ ਵਿੱਚ ਜਿਹੜੀ ਅਸੀਂ ਬਿਜਲੀ ਬਣਾਉਣ ਲਈ ਕੋਲਾ ਵਰਤਦੇ ਹਾਂ, ਸਾਡੇ ਕੋਲੇ ਕੋਲਾ ਨਹੀਂ ਰਿਹਾ। ਫਿਰ ਕੀ ਹੋਇਆ, ਫਿਰ ਕੇਂਦਰ ਸਰਕਾਰ ਦਾ ਗ੍ਰਾਫ ਉੱਪਰ ਚੱਕਿਆ। ਪਹਿਲਾਂ ਸਾਡੇ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਸੀ ਉਹਨਾਂ ਦੀਆਂ ਮੰਗਾਂ ਉੱਪਰ ਆ ਗਈਆਂ, ਫਿਰ ਇਹ ਕੇਂਦਰ ਸਰਕਾਰ ਉੱਪਰ ਆ ਗਈ, ਕਹਿੰਦੇ ਜੀ ਤੁਸੀਂ ਜੋ ਕਰਨਾ ਕਰੀ ਜਾਓ, ਸਾਨੂੰ ਕੋਈ ਹੱਲ ਨਹੀਂ ਇਹਦਾ, ਸਾਡੀ ਲੱਤ ਉੱਤੇ ਆ। ਫਿਰ ਸਾਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਯਾਰ ਪਲਾਨ B ਜਿਹੜਾ ਸੀਗਾ ਉਹ ਕਿਤੇ ਨਾ ਕਿਤੇ ਸਾਡੇ ਜਿਹੜੇ ਕਿਸਾਨ ਭਾਈ ਆ ਇਹਨਾਂ ਨੂੰ ਸੋਚਣਾ ਚਾਹੀਦਾ ਸੀਗਾ, ਜੀ ਉਹਨਾਂ ਨੂੰ ਪਤਾ ਸੀਗਾ ਵੀ ਅਸੀਂ ਕਿਹੜਾ ਭੁੱਖੇ ਮਰਨਾ, ਕਿਉਂਕਿ ਸਾਡੇ ਇੱਥੇ ਖਾਦ ਦਾ ਸੰਕਟ ਵੀ ਆ ਗਿਆ ਸੀਗਾ, ਕਣਕ ਜਿਹੜੀ ਉਹਦੀ ਬਿਜਾਈ ਹੋ ਚੁੱਕੀ ਸੀ ਔਰ ਖਾਦ ਸਾਨੂੰ ਬਹੁਤ ਜ਼ਰੂਰੀ ਚਾਹੀਦੀ ਸੀ ਉਸ ਟਾਈਮ। ਹੋਰ ਵੀ ਬਹੁਤ ਸਾਰੇ ਸਾਡੇ ਜਿਹੜੇ ਵਪਾਰੀ ਭਰਾ ਸੀਗੇ ਉਹਨਾਂ ਨੂੰ ਬਹੁਤ ਸਾਰੀਆਂ ਲੋੜਾਂ ਸੀਗੀਆਂ। ਸੋ ਕਿਤੇ ਨਾ ਕਿਤੇ ਸਾਡੇ ਗਲ ਦੇ ਵਿੱਚ ਅੰਗੂਠਾ ਦੇਣ ਦੀ ਕੋਸ਼ਿਸ਼ ਕੀਤੀ ਕੇਂਦਰ ਸਰਕਾਰ ਨੇ। ਉਦੋਂ ਫਿਰ ਲੱਤ ਕਿਹਦੇ ਉੱਪਰ ਹੋ ਗਈ, ਕੇਂਦਰ ਸਰਕਾਰ ਦੇ ਉੱਤੇ ਹੋ ਗਈ। ਫਿਰ ਸਾਡੇ ਕੋਲੇ ਪਲਾਨ B ਜਿਹੜਾ ਆਇਆ ਸੀਗਾ ਵੀ ਬਈ ਇਹਨਾਂ ਨੇ ਮੰਨਣਾ ਨਹੀਂ, ਫਿਰ ਅਸੀਂ ਕਰਦੇ ਹਾਂ ਦਿੱਲੀ ਦਾ ਕਰਾ। ਦਿੱਲੀ ਅਸੀਂ ਜਾਣਾ ਸੀਗਾ ਸਿਰਫ, ਤੇ 26 ਨੂੰ ਅਸੀਂ ਮਿਥਿਆ, ਤੇ ਉਹ ਅਸੀਂ ਕਿਹਾ ਵੀ ਚਲੋ ਸਾਡੀਆਂ ਮੰਨ ਜਾਣਗੇ, 26 ਤਰੀਕ ਨੂੰ ਅਸੀਂ ਚਲੇ ਜਾਵਾਂਗੇ। ਜੇ ਰਾਹ ਦੇ ਵਿੱਚ ਹੋਇਆ ਇੱਕ ਤਰੀਕੇ ਨਾਲ ਘਾਣ ਹੋ ਗਿਆ। ਖੱਟੜ ਸਰਕਾਰ ਉਹ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਕਿ ਅਣਮਨੁੱਖੀ ਸੀਗਾ। ਤੁਸੀਂ ਇੱਕ ਲੋਕਤੰਤਰ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਦੀ ਗੱਲ ਨਹੀਂ ਕਰ ਸਕਦੇ, ਔਰ ਜਦੋਂ ਇੱਦਾਂ ਦੀਆਂ ਗੱਲਾਂ ਲੋਕਤੰਤਰ ਦੇ ਵਿੱਚ ਹੋਣ ਤਾਂ ਫਿਰ ਉਹ ਲੋਕਤੰਤਰ ਜਿਹੜਾ ਹੈ ਡੈਮੋਕ੍ਰੇਸੀ ਤੋਂ ਤੁਰਦਾ ਹਿਪੋਕ੍ਰੇਸੀ ਦੇ ਰਸਤੇ ਤੁਰਿਆ ਫਿਰਦਾ ਹੁੰਦਾ ਹੈ। ਸੋ 26 ਨੂੰ ਕਿਸਾਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਸਾਡਾ ਜਿਹੜਾ ਇਹ ਅੰਦੋਲਨ ਹੈ ਅਸੀਂ ਐਡਾ ਨਿੱਠ ਕੇ ਜਿਹੜਾ ਹੈ ਉਹ ਕਰ ਲੈਣਾ ਹੈ। ਜਦੋਂ ਧੱਕਾ ਹੁੰਦਾ ਨਾ, ਫਿਰ ਧੱਕੇ ਦਾ ਜਦੋਂ ਮੁਕਾਬਲਾ ਅਸੀਂ ਫਿਰ ਕਰਨਾ ਸ਼ੁਰੂ ਕਰ ਦਿੰਦੇ ਹਾਂ, ਚਾਹੇ ਉਹ ਕੋਈ ਵੀ ਕੀਰਤੀ ਹੋਵੇ, ਫਿਰ ਉਹ ਕਹਿੰਦਾ ਜੀ ਹੁਣ ਜੋ ਮਰਜ਼ੀ ਕਰ ਲਓ, ਹੁਣ ਮੈਂ ਆਪਣੇ ਹੱਕ ਲੈ ਕੇ ਉੱਠਣਾ ਹੈ। ਸੋ ਇਹ ਤਰੀਕੇ ਦੇ ਨਾਲ ਹੁਣ ਫਿਰ ਕਿਸਾਨਾਂ ਦੀ ਲੱਤ ਉੱਪਰ ਹੋ ਗਈ। ਹੁਣ ਕਿਤੇ ਨਾ ਕਿਤੇ ਸੁਪਰੀਮ ਕੋਰਟ ਜਦੋਂ ਦਾ ਆਇਆ ਉਦੋਂ ਦੀ ਸਰਕਾਰ ਦੀ ਕਿਤੇ ਨਾ ਕਿਤੇ ਇੱਕ ਟੋਨ ਫੇਰ ਚੇਂਜ ਹੋ ਗਈ। ਇਹ ਟੋਨ ਉਹੀ ਆ ਜਦੋਂ ਇਹਨਾਂ ਨੇ 1.5 ਮਹੀਨੇ ਲਈ ਜਿਹੜੀਆਂ ਟ੍ਰੇਨਾਂ ਬੰਦ ਕਰ ਦਿੱਤੀਆਂ ਸੀ, ਜਦੋਂ ਇਹਨਾਂ ਦੀ ਲੱਤ ਉੱਪਰ ਆ ਗਈ ਸੀ। ਹੁਣ ਇਹਨਾਂ ਨੂੰ ਲੱਗਦਾ ਕਿ ਦੁਨੀਆ ਦੀ ਜਾਂ ਭਾਰਤ ਦੀ ਸਭ ਤੋਂ ਵੱਡਾ ਐਪੈਕਸ ਕੋਰਟ ਜਿਹੜਾ ਹੈ ਉਹ ਸਾਡੇ ਹੱਕ 'ਚ ਬੋਲਣ ਡਿਆ, ਸਾਡੇ ਹੱਕ 'ਚ ਭੁਗਤਣ ਡਿਆ। ਹੁਣ ਤੁਸੀਂ ਦੇਖੋ ਨਰਿੰਦਰ ਤੋਮਰ ਦੀ ਜਿਹੜੀ ਟਿਊਨ ਹੈ ਉਹ ਕਿਵੇਂ ਚੇਂਜ ਹੋ ਗਈ ਹੈ। ਸੋ ਮੇਰੇ ਕਹਿਣ ਦਾ ਮਤਲਬ ਕਿ ਗ੍ਰਾਫ ਇੱਦਾਂ ਉੱਪਰ ਥੱਲੇ ਹੋਣ ਡਿਆ ਹੈ। ਉਹਨੂੰ ਲੱਗਦਾ ਕਿ ਹੁਣ ਸ਼ਾਇਦ ਇਹ ਪੈਕਸ ਕੋਡ ਨੂੰ ਤਾਂ ਜਿਹੜਾ ਹੈ ਉਹ ਨਹੀਂ ਝੁਠਲਾ ਸਕਦੇ, ਜੇ ਝੁਠਲਾਉਣਗੇ ਤਾਂ ਫਿਰ ਨਤੀਜੇ ਭੁਗਤਣਗੇ। ਸੋ ਕਿਤੇ ਨਾ ਕਿਤੇ ਆ ਜਿਹੜੇ 2-3 ਦਿਨ ਹੋਏ ਆ, ਇਹਨਾਂ ਦੀ ਟੋਨ ਜਿਹੜੀ ਹੈ ਉਹ ਵੱਖਰੀ ਸ਼ੁਰੂ ਹੋ ਗਈ ਸੀਗੀ। ਜਿਸ ਦਿਨ ਜਦੋਂ ਪਹਿਲਾਂ ਮੀਟਿੰਗ ਹੋਈ ਆ, ਜਦੋਂ 8ਵੇਂ ਗੇੜ ਦੀ ਮੀਟਿੰਗ ਸ਼ੁਰੂ ਹੋਈ ਸੀਗੀ, ਉਸ ਦਿਨ ਉਹਨੇ ਬਾਹਰ ਆ ਕੇ ਹੱਸ ਕੇ ਕਹਿ ਦਿੱਤਾ ਸੀਗਾ। ਫਿਰ ਕਿਸਾਨਾਂ ਨੂੰ ਦੀਦਾ ਹੀ ਆ ਜੀ, ਕਹਿੰਦੇ ਸੁਪਰੀਮ ਕੋਰਟ ਦੇ ਵਿੱਚ ਚਲੇ ਜਾਓ, ਤੇ ਉਦੋਂ ਸਾਨੂੰ ਪਤਾ ਲੱਗਣ ਲੱਗ ਪਿਆ ਸੀ ਵੀ ਕੁਛ ਨਾ ਕੁਛ ਤੇ ਗਲਤ ਹੋਣਾ ਸ਼ੁਰੂ ਹੋ ਗਿਆ।
ਫਿਰ ਸੁਪਰੀਮ ਕੋਰਟ ਨੇ ਪਹਿਲੇ ਦਿਨ ਤਾਂ ਬਹੁਤ ਸੋਹਣਾ ਕੰਮ ਕੀਤਾ, ਫਿਰ ਦੂਸਰੇ ਦਿਨ ਸੁਪਰੀਮ ਕੋਰਟ ਹੁਣੀ ਭੁਗਤ ਗਏ ਔਰ ਆਪਣੇ ਪੱਤੇ ਖੋਲ ਦਿੱਤੇ ਔਰ 4 ਮੈਂਬਰੀ ਕਮੇਟੀ ਬਣਾਤੀ। ਹੁਣ ਇਹ 4 ਮੈਂਬਰੀ ਕਮੇਟੀ ਜਦੋਂ ਤੁਰਦੀ ਹੈ ਤੇ 4 ਮੈਂਬਰੀ ਕਮੇਟੀ ਦੇ ਵਿੱਚ ਅਸੀਂ ਕੱਲ ਵੀ ਗੱਲ ਕੀਤੀ ਆ ਕਿ ਭੁਪਿੰਦਰ ਸਿੰਘ ਮਾਨ ਹੋਵੇ, ਅਸ਼ੋਕ ਗੁਲਾਟੀ ਹੋਵੇ ਜਾਂ ਫਿਰ ਹੋਰ ਕੋਈ ਜਿਹੜੇ 2 ਨਾਂ ਆ, ਉਹ ਜਿਹੜੇ ਸਾਰੇ ਉਹੀ ਬੰਦੇ ਪਾ ਲਏ ਜਿਹੜੇ ਕਿ ਇਹਨਾਂ ਸਰਕਾਰਾਂ ਦੇ ਦਿਲੇ ਹੱਕ ਦੇ ਵਿੱਚ ਸੀਗੇ। ਸੋ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਉਦੋਂ ਤੋਂ ਲੱਗਦਾ ਸੀਗਾ। ਹੁਣ ਨਰਿੰਦਰ ਸਿੰਘ ਤੋਮਰ ਦਾ ਜਿਹੜੀ ਆਵਾਜ਼ ਆ ਉਹ ਐਵੇਂ ਨਹੀਂ ਬਦਲੀ। ਅੱਗੇ ਉਹ ਪਿਛਲੀਆਂ ਮੀਟਿੰਗਾਂ ਦੇ ਵਿੱਚ ਜਦੋਂ ਹਰ ਵਾਰੀ ਆਉਂਦਾ ਸੀ, ਪ੍ਰੈਸ ਬਰੀਫ ਕਰਦਾ ਸੀ, ਉਦੋਂ ਕਹਿੰਦਾ ਸੀ ਗੱਲਬਾਤ ਹੋਣ ਡਈ ਆ। ਇਸ ਵਾਰ ਉਹਨੇ ਕਲੀਅਰਲੀ ਕਹਿ ਦਿੱਤਾ ਬਈ ਸਰਕਾਰਾਂ 'ਚ ਜਿਹੜੀਆਂ ਨੇ ਉਹ ਆਪਣੇ ਏਜੰਡੇ ਤੇ ਪੂਰੀਆਂ ਨੇ, ਤਰਮੀਮਾਂ ਹੋ ਸਕਦੀਆਂ ਨੇ, ਰੱਦ ਨਹੀਂ ਹੋ ਸਕਦੇ। ਬਈ ਰੱਦ ਕਿਉਂ ਨਹੀਂ ਹੋ ਸਕਦੇ? ਜਦੋਂ ਤੁਹਾਨੂੰ ਪਤਾ ਐਡੀ ਆਵਾਮ ਆ ਕੇ ਬੈਠੀ ਆ, ਫਿਰ ਰੱਦ ਕਿਉਂ ਨਹੀਂ ਕਰ ਰਹੇ ਤੁਸੀਂ? ਸੋ ਕਿਤੇ ਨਾ ਕਿਤੇ ਇਹ ਖਿੱਚਾਤਾਣੀ ਜਿਹੜੀ ਹੈ ਉਹ ਅਜੇ ਤੱਕ ਚੱਲਦੀ ਰਹਿਣੀ ਹੈ ਜਦੋਂ ਤੱਕ ਸਰਕਾਰਾਂ ਦੇ ਮਨਸ਼ੇ ਕਲੀਅਰ ਨਹੀਂ ਹੁੰਦੇ। ਜੀ ਖੈਰ ਸਾਹਿਬ, ਤੁਸੀਂ ਗੱਲ ਕੀਤੀ ਕਿ ਹਾਂ ਵੀ ਬੜੇ ਬਿਲਕੁਲ ਬਰੀਕੀ ਨਾਲ ਸਮਝਾਇਆ ਕਿ ਕਿਵੇਂ ਜਿਹੜਾ ਗ੍ਰਾਫ ਹੈ ਉੱਪਰ ਥੱਲੇ ਹੁੰਦਾ ਰਿਹਾ, ਕਿਵੇਂ ਇੱਕ ਜ਼ਿਆਦਾ ਉੱਪਰ ਉਹਨਾਂ ਦੀ ਲੱਤ ਉੱਪਰ ਹੁੰਦੀ ਸੀ, ਦੂਜੇ ਨੂੰ ਗੱਲ ਸੁਣਨੀ ਪੈਂਦੀ ਸੀਗੀ। ਪਰ ਹੁਣ ਜੇਕਰ ਗੱਲ ਕਰੀਏ ਤਾਂ ਕੇਂਦਰ ਹੁਣ ਆਪਣੇ ਹੋਰ ਵੀ ਹੱਥਕੰਡੇ ਅਪਣਾ ਰਹੀ ਹੈ। ਅਸੀਂ ਜਿਵੇਂ ਕਿ ਪਰਸੋਂ ਦੇਖਿਆ ਕਿ NIA ਦੀ ਜਿਹੜੀ ਹੈ ਸੰਮਣ ਭੇਜੇ ਜਾਂਦੇ ਨੇ 3 ਵੱਡੇ ਨਾਮ ਜਿਹੜੇ ਨੇ ਕਿਸਾਨੀ ਅੰਦੋਲਨ 'ਚ ਸ਼ਾਮਿਲ ਨੇ, ਚਾਹੇ ਅਸੀਂ ਗੱਲ ਕਰੀਏ ਬਲਦੇਵ ਸਿੰਘ ਸਿਰਸਾ ਦਾ, ਚਾਹੇ ਦੀਪ ਸਿੱਧੂ ਦਾ ਗੱਲ ਕਰੀਏ, ਤੇ ਭਾਵੇਂ ਖਾਲਸਾ ਏਡ ਦੀ ਅਸੀਂ ਗੱਲ ਕਰੀਏ। ਸੋ ਇਹਨਾਂ ਦੇ ਉੱਪਰ NIA ਜਿਹੜਾ ਹੈ ਸੰਮਣ ਭੇਜਿਆ ਜਾਂਦਾ ਹੈ, ਉਹਨਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਰੱਖਿਆ ਜਾਂਦਾ ਹੈ। ਹਾਲਾਂਕਿ ਪੂਰੇ ਕਿਸਾਨ ਮੋਰਚੇ ਵੱਲੋਂ ਇਸ ਦੀ ਜਿਹੜੀ ਸਖਤ ਨਿੰਦਾ ਕੀਤੀ ਜਾਂਦੀ ਹੈ, ਬਟ ਫਿਰ ਵੀ ਜਿਵੇਂ ਕਿ ਅਸੀਂ ਪਹਿਲਾਂ ਗੱਲ ਕਰ ਚੁੱਕੇ ਕਿ ਕਿਤੇ ਨਾ ਕਿਤੇ ਹੁਣ ਇਸ ਪੂਰੇ ਅੰਦੋਲਨ ਨੂੰ ਹਰ ਤਰੀਕੇ ਦੇ ਨਾਲ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਹਾਂ ਵੀ ਇਸ ਨੂੰ ਥੋੜਾ ਹੌਲਾ ਕੀਤਾ ਜਾਵੇ, ਇਸ ਨੂੰ ਫਿੱਕਾ ਕੀਤਾ ਜਾਵੇ, ਇਸ ਨੂੰ ਕਮਜ਼ੋਰ ਕੀਤਾ ਜਾਵੇ। ਸੋ ਅਸੀਂ ਵੀ ਤਮਾਮ ਜਿਹੜੀਆਂ ਚੀਜ਼ਾਂ ਜਿਹੜੀਆਂ ਕੇਂਦਰ ਸਰਕਾਰ ਜਿਹੜੀ ਕਰ ਰਹੀ ਹੈ, ਅਸੀਂ ਉਹਨਾਂ ਦੀ ਚੰਗੀ ਨਿਖੇਧੀ ਕਰਦੇ ਹਾਂ। ਸੋ ਇਹਨਾਂ ਦੀ ਆਪਣੀ ਪਾਰਟੀ ਦੇ ਜੇਕਰ ਗੱਲ ਕਰੀ, ਖਹਿਰਾ ਸਾਹਿਬ ਜਿਹੜੇ ਰਾਜਨਾਥ ਸਿੰਘ ਨੇ, ਜਿਹੜੇ ਡਿਫੈਂਸ ਮਿਨਿਸਟਰ ਨੇ, ਉਹ ANI ਨੂੰ ਬਿਆਨ ਦੇ ਕੇ ਕਹਿੰਦੇ ਨੇ ਕਿ ਕਿਸਾਨ ਬਹੁਤ ਚੰਗੇ ਨੇ, ਉਹਨਾਂ ਨੇ ਸਾਡੀ ਬੜੀ ਮਦਦ ਕੀਤੀ ਹੈ। ਦੇਸ਼ ਦੀ ਕਨਸਟੀਟਿਊਸ਼ਨ ਦੀ ਗੱਲ ਕਰੀਏ, ਦੇਸ਼ ਦੇ ਇਕੋਨਮੀ ਦੀ ਗੱਲ ਕਰੀਏ, ਹਰ ਜਗ੍ਹਾ ਉਹਨਾਂ ਦੀ ਚੰਗਾ ਰੋਲ ਹੈ। ਚਾਹੇ ਦੇਸ਼ ਦੀ ਆਜ਼ਾਦੀ ਵਿੱਚ ਗੱਲ ਕਰੀਏ ਤਾਂ ਪੰਜਾਬੀ ਭਾਈਚਾਰੇ ਦਾ ਬਹੁਤ ਵੱਡਾ ਰੋਲ ਹੈ। ਤੇ ਤੁਸੀਂ ਹੁਣ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ ਹੈ, ਠੀਕ ਹੈ, ਉਦੋਂ ਉਹਦੇ ਵਿੱਚ ਤੁਸੀਂ ਜੋ ਸਾਰਿਆਂ ਨੂੰ ਕਦੀ ਆਤੰਕਵਾਦੀ ਕਿਹਾ ਜਾਂਦਾ, ਹੁਣ ਤੁਸੀਂ ਸੰਮਣ ਭੇਜ ਰਹੇ ਹੋ, ਤੁਸੀਂ ਹੋਰਾਂ ਆਪਣੀ ਏਜੰਸੀਆਂ ਦੀ ਮਦਦ ਲੈ ਰਹੇ ਹੋ। ਸੋ ਕਿੰਨੀ ਮਾੜੀ ਗੱਲ ਹੈ ਕਿ ਹਾਂ ਵੀ ਤੁਸੀਂ ਬਸ ਆਪਣੀ ਜਿੱਦ ਨਾ ਭਗਾਉਣ ਦੇ ਲਈ ਕਿ ਹਾਂ ਵੀ ਸਾਡੀ ਜਿੱਦ ਜਿਹੜੀ ਅੜੀ ਹੋਈ ਹੈ, ਅਸੀਂ ਨਹੀਂ ਕਾਨੂੰਨ ਰੱਦ ਕਰਨੇ, ਤੁਸੀਂ ਉਹਦੇ ਖਾਤਰ ਕੀ ਕੁਝ ਨਹੀਂ ਕਰ ਰਹੇ। ਅਸੀਂ ਉਸ ਦਿਨ ਵੀ ਗੱਲ ਕੀਤੀ, ਅਸੀਂ ਪਰਸੋਂ ਜ਼ਰੂਰ ਗੱਲ ਕਰ ਰਹੇ ਸੀਗੇ ਕਿ ਦਿੱਲੀ ਦੀ ਬਰੂਹਾਂ ਦੇ ਉੱਤੇ 70 ਤੋਂ 75 ਜਿਹੜੇ ਲੋਕ ਨੇ ਸਾਡੇ ਹੁਣ ਤੱਕ ਸ਼ਹੀਦ ਹੋ ਚੁੱਕੇ ਨੇ। ਇਸ ਤੋਂ ਇਲਾਵਾ ਪੰਜਾਬ ਵਿੱਚ ਜਾਂ ਹੋਰ ਹਰਿਆਣਾ ਦੇ ਵਿੱਚ ਜਿੱਥੇ ਲਗਾਤਾਰ 4 ਮਹੀਨੇ ਹੋ ਚੁੱਕੇ ਨੇ ਅੰਦੋਲਨ ਨੂੰ ਚੱਲਦੇ ਹੋਏ, ਉੱਥੇ ਕਿੰਨੇ ਲੋਕ ਸਾਡੇ ਸ਼ਹੀਦ ਹੋ ਚੁੱਕੇ ਨੇ। ਯਾਨੀ ਕਿ ਤਕਰੀਬਨ 125 ਤੋਂ 130 ਦੇ ਨੇੜੇ ਤੇੜੇ ਜਿਹੜੇ ਸਾਡੇ ਕਿਸਾਨ ਨੇ ਉਹ ਸ਼ਹੀਦ ਹੋ ਚੁੱਕੇ ਨੇ। ਉਹਨਾਂ ਦਾ ਜਵਾਬਦੇਹੀ ਕੌਣ ਹੈ? ਉਹਨਾਂ ਦੀ ਗੱਲ ਕਿਉਂ ਨਹੀਂ ਕੋਈ ਕੀਤੀ ਜਾਂਦੀ? ਦੇਖੋ, ਇੱਕ ਗੱਲ ਬਹੁਤ ਸਮਝਣੀ ਕਲੀਅਰ ਹੁੰਦੀ ਹੈ ਕਿ ਸਰਕਾਰਾਂ ਕਦੇ ਵੀ ਕਿਸੇ ਦੀ ਜਵਾਬਦੇਹੀ ਦੇ ਵਿੱਚ ਯਕੀਨ ਨਹੀਂ ਰੱਖਦੀਆਂ। ਨਾ ਇਹ ਉਹ ਸਰਕਾਰ ਹੈ ਜਦੋਂ ਇਹਨਾਂ ਦੀ ਹੀ ਚਲਾਈ ਹੋਈ ਰਾਤੋਂ ਰਾਤ ਵਾਲੀ ਨੀਤੀ ਜਿਹੜੀ ਨੋਟਬੰਦੀ ਹੈ ਉਹ ਫੇਲ ਹੋ ਜਾਂਦੀ ਹੈ। ਉਹ ਇਹਨਾਂ ਦੀ ਚਲਾਈ ਹੋਈ ਨੀਤੀ ਜਿਹੜੀ ਹੈ ਉਹ GST ਵਰਗੀ, ਉਹ ਲੋਕਾਂ ਨੂੰ ਅਜੇ ਤੱਕ ਸਮਝ ਨਹੀਂ ਆਉਂਦੀ। ਚਲੋ ਜੇ ਮੈਂ ਨੋਟਬੰਦੀ ਦੀ ਗੱਲ ਕਰ ਲਵਾਂ ਤੇ ਨੋਟਬੰਦੀ ਦੇ ਵਿੱਚ ਵੀ ਬੜੇ ਲੋਕੀ ਆਪਣੀਆਂ ਜਾਨਾਂ ਗਵਾ ਕੇ, ਤੇ ਉਹਦੇ ਲਈ ਕੌਣ ਜਵਾਬਦੇਹੀ ਸੀਗਾ? ਉਹ ਨਰਿੰਦਰ ਮੋਦੀ ਜਿਹੜੇ ਆ ਸਾਡੇ ਪ੍ਰਧਾਨ ਮੰਤਰੀ ਆ, ਉਹ ਰਾਤ ਨੂੰ 8 ਵਜੇ ਆ ਕੇ ਤਾਂ ਕਹਿੰਦੇ ਆ ਕਿ ਸਫਾ ਚਿੱਟ ਹੋ ਜਾਣਾ ਆ, ਅੱਜ ਕੱਲ੍ਹ ਤੋਂ ਨੋਟ ਬੰਦ ਹੋ ਜਾਣੇ ਆ। ਉਹਨਾਂ ਨੇ ਬਾਅਦ ਚੋਂ ਆ ਕੇ ਦੱਸਿਆ ਕਿ ਆਹ ਨੋਟ ਮੈਨੇ ਬੰਦ ਕਰ ਰਿਹਾ ਸੀ, ਸਾਲ ਬਾਅਦ 2 ਸਾਲ ਬਾਅਦ ਉਹਦਾ ਕੀ ਹੱਲ ਹੋਇਆ ਅੱਜ ਤੱਕ ਨਹੀਂ ਪਤਾ। ਔਰ ਉਹ ਲੋਕ ਜਿਹੜੇ ਆਪਣੀਆਂ ਜਾਨਾਂ ਗਵਾਚ ਗਏ, ਕਿਸੇ ਦੀ ਧੀ ਦਾ ਵਿਆਹ ਰੱਖਿਆ ਹੋਇਆ ਸੀ, ਸਵੇਰ ਨੂੰ ਵਿਆਹ ਹੋਣਾ ਸੀਗਾ ਤੇ ਉਹਨੂੰ ਨੋਟ ਨਹੀਂ ਮਿਲਿਆ, ਤੇ ਉਹਦਾ ਹੱਲ ਕੀ ਹੋਇਆ? ਅਗਲੇ ਦੀ ਜਾਨ ਚਲੇ ਗਈ, ਹਾਰਟ ਅਟੈਕ ਹੋ ਗਿਆ, ਕੋਈ ਲਾਈਨ 'ਚ ਖੜਾ ਹੋ ਕੇ ਆਪਣੀ ਜਾਨ ਗਵਾ ਗਿਆ। ਸੋ ਉਹਦੇ ਲਈ ਕੌਣ ਜ਼ਿੰਮੇਵਾਰ ਸੀਗਾ? ਸੋ ਸਰਕਾਰਾਂ ਜਵਾਬਦੇਹੀ ਨਹੀਂ ਹੈਗੀਆਂ। ਇਹ ਕਰੋਨਾ ਵੀ ਸਾਨੂੰ ਸਿਖਾ ਗਿਆ ਵੀ ਚਾਹੇ ਤੁਸੀਂ ਪੈਦਲ ਚਲੇ ਜਾਓ, ਚਾਹੇ ਤੁਸੀਂ ਟ੍ਰੇਨਾਂ ਥੱਲੇ ਆ ਕੇ ਮਰ ਜਾਓ, ਇਹ ਸਰਕਾਰਾਂ ਜਵਾਬਦੇਹੀ ਹੈ ਨਹੀਂ। ਕੱਲ੍ਹ ਨੂੰ ਹੁਣ ਇਹ ਵੀ ਦੇਖ ਲਓ, ਨਵੀਂ ਗੱਲ ਜਿਹੜੀ ਆ ਕਰੋਨਾ ਵਾਲੀ, ਮੈਂ ਜੋੜ ਦਿੰਦਾ ਇਹਦੇ ਨਾਲ ਕਿ ਦਵਾਈ ਆ ਗਈ ਆ, ਸਾਡੇ ਕੋਲੇ ਐਫੀਕੈਸੀ ਡਾਟਾ 3rd ਟ੍ਰਾਇਲ ਦਾ ਨਹੀਂ ਆਉਂਦਾ। ਸਰਕਾਰਾਂ ਜਵਾਬਦੇਹੀ ਨਹੀਂ ਹੈਗੀਆਂ। ਕੱਲ੍ਹ ਨੂੰ ਸਰਕਾਰਾਂ ਨੂੰ ਕੋਈ ਮਤਲਬ ਨਹੀਂ ਕਿ ਕਿਸੇ ਦਾ 3rd ਟ੍ਰਾਇਲ ਦਾ ਡਾਟਾ ਸਾਡੇ ਕੋਲੇ ਆਇਆ ਕਿ ਨਹੀਂ ਆਇਆ। ਸੋ ਤੁਸੀਂ ਇਹਨਾਂ ਤੋਂ ਜਵਾਬ ਜਿਹੜਾ ਤਲਬ ਕਰਨ ਦੀ ਤਵੱਕੋ ਜਿਹੜੀ ਆ ਉਹਨੂੰ ਛੱਡ ਦਿਓ। ਫਿਰ ਦੂਸਰੇ ਬੰਨੇ ਗੱਲ ਮੈਂ ਕਰਦਾ, ਤੁਸੀਂ ਕਹਿੰਦੇ ਆ ਜੀ ਕਿ ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਦਾ ਕੋਈ ਧਰਮ ਨਹੀਂ, ਉਹ ਕੋਈ ਮਤਲਬ ਇੱਦਾਂ ਦੇ ਵਲੂੰਦਰੇ ਹਿਰਦੇ ਨਹੀਂ ਉਹਨਾਂ ਦੇ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਇੰਨੇ ਲੋਕ ਜਿਹੜੇ ਨੇ ਉਹ ਜੰਨਤ ਨਸ਼ਈ ਹੋ ਗਏ ਨੇ, ਆਪਣੀ ਜਾਨਾਂ ਵਾਰ ਗਏ ਨੇ, ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਹਾਂ ਨਹੀਂ ਪੈਂਦੀ। ਸੋ ਗੱਲ ਇਹ ਹੈ ਕਿ ਇਹ ਲੋਕ ਜਿਹੜੇ ਨੇ ਇਹ ਐਕਚੁਅਲ 'ਚ ਸੈਕੂਲਰ ਹੁੰਦੇ ਨੇ। ਇਹਨਾਂ ਦਾ ਧਰਮ ਸਿਰਫ ਤੇ ਸਿਰਫ ਪੋਲੀਟੀਸ਼ੀਅਨ ਹੁੰਦੀ ਆ, ਸੱਤਾ ਹੁੰਦੀ ਆ। ਸੋ ਮੈਨੂੰ ਲੱਗਦਾ ਹੁੰਦਾ ਕਿ ਇਹ ਜਿਹੜਾ ਧਰਮ ਆ ਜਾਂ ਫਿਰ ਇਹ ਇੱਦਾਂ ਦੇ ਫਿਰਕੂ ਪ੍ਰਸਤੇ ਵਾਲੀ ਕੰਮ ਆ, ਇਹਨਾਂ ਦੇ ਹਥਿਆਰ ਹੁੰਦੇ ਨੇ, ਇਹਨਾਂ ਦੇ ਆਮ ਲੋਕਾਂ ਨੇ ਰੱਖੇ ਨੇ, ਜਿਨ੍ਹਾਂ ਨੂੰ ਲੋਕਾਂ ਨੂੰ ਇਹ ਨਬਜ਼ ਸਮਝ ਨਹੀਂ ਆਉਂਦੀ। ਸੋ ਜਦੋਂ ਤੁਸੀਂ ਹੁਣ ਗੱਲ ਕਰਦੇ ਹੋ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਉੱਤੇ, ਯਾਨੀ NIA ਦੀ ਗੱਲ ਕਰਦੇ ਆ, ਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ NIA ਜਿਹੜੀ ਇਹ ਬਣੀ ਕਦੋਂ ਸੀਗੀ। ਮੁੰਬਈ ਦੇ ਵਿੱਚ ਟੈਰਰ ਅਟੈਕ ਹੁੰਦਾ 2008 ਦੇ ਵਿੱਚ, ਜਿਹੜੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਬਣਦੀ ਹੈ।
ਇਹ ਸਿਰਫ ਤੇ ਸਿਰਫ ਇੱਥੇ ਦੇਖੋ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਸੀਗੀ ਉਹ ਅੱਤਵਾਦਕ ਮਾਮਲਿਆਂ ਦੀ ਜਿਹੜੀ ਹੈ ਜਾਂਚ ਪੜਤਾਲ ਦੇ ਲਈ ਕੀਤੀ ਜਾਂਦੀ ਸੀਗੀ। ਔਰ ਇਹਦੀ ਖਾਸ ਗੱਲ ਇਹ ਹੁੰਦੀ ਸੀ ਕਿ ਜਿੱਦਾਂ ਹੁਣ CBI ਜਿਹੜੀ ਹੈ ਉਹਨੂੰ ਸਟੇਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਜਦੋਂ ਸਟੇਟ ਦੇ ਅੰਦਰ ਵੜਨਾ ਹੁੰਦਾ ਹੈ, ਫਿਰ ਸਟੇਟ ਦਾ ਜਿਹੜਾ ਇੱਕ ਪਰਮਿਸ਼ਨ ਤੁਹਾਨੂੰ ਮਿਲਦੀ ਹੈ ਸਟੇਟ ਗਵਰਨਮੈਂਟ ਤੋਂ, ਫਿਰ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਸਕਦੇ ਹੋ। ਇਸ ਏਜੰਸੀ ਨੂੰ ਕਿਸੇ ਦੀ ਪਰਮਿਸ਼ਨ ਦੀ ਕੋਈ ਲੋੜ ਨਹੀਂ ਹੁੰਦੀ। ਹੁਣ ਇਸ ਨੂੰ ਇਹਨਾਂ ਦੇ ਬੰਦਿਆਂ ਦੇ ਪਿੱਛੇ ਕਿਉਂ ਲਾਇਆ? ਸਿਰਸਾ ਦੇ ਪਿੱਛੇ ਲਾਤਾ ਇਹਨਾਂ ਨੇ, ਦੀਪ ਸਿੱਧੂ ਆ, ਖਾਲਸਾ ਏਡ ਵਰਗੇ ਲੋਕਾਂ ਦੇ ਪਿੱਛੇ ਲਾ ਦਿੱਤਾ। ਹੁਣ ਇਹ ਕਿਤੇ ਨਾ ਕਿਤੇ ਸਰਕਾਰ ਚਾਹੁੰਦੀ ਹੈ ਕਿ ਪ੍ਰੈਸ਼ਰ ਕਿਤੇ ਨਾ ਕਿਤੇ ਦੂਸਰੇ ਥਾਂ ਤੋਂ ਬਣਾ ਦੇ ਰਹੀ ਹੈ। ਅਸੀਂ ਇੱਕ ਬੰਨੇ ਤਾਂ ਤੁਸੀਂ ਮੀਟਿੰਗਾਂ ਕਰਦੇ ਹੋ, ਫਿਰ ਉਹਨਾਂ ਮੀਟਿੰਗਾਂ ਕਰਨ ਵਾਲਿਆਂ ਤੋਂ ਹੀ ਤੁਸੀਂ ਕਹਿੰਦੇ ਹੋ ਕਿ ਇਹ ਅੱਤਵਾਦੀ, ਵੱਖਵਾਦੀ, ਹਿੰਸਾ ਆ, ਫਿਰਕੂਪ੍ਰਸਤੀ ਨੂੰ ਭੜਕਾਉਣ ਵਾਲੇ ਨੇ, ਫਿਰ ਉਹਨਾਂ ਨਾਲ ਮੀਟਿੰਗਾਂ ਕਿਉਂ ਹੁੰਦੀਆਂ ਤੁਹਾਡੀਆਂ? ਤੁਸੀਂ ਕਿਉਂ ਉਹਨਾਂ ਨੂੰ ਆਪਣੇ ਨਾਲ ਬਿਠਾ ਕੇ ਰੋਟੀ ਵੀ ਖਿਲਾਉਣ ਦੀ ਆਫਰ ਕਰਦੇ ਹੋ? ਉਹ ਗੱਲ ਵੱਖਰੀ ਕਿ ਸਾਡੇ ਜਿਹੜੇ ਕਿਸਾਨ ਨੇ ਉਹ ਆਪਣਾ ਲੰਗਰ ਪ੍ਰਸ਼ਾਦਾ ਛਕਦੇ ਨੇ। ਇਹ ਤਸਵੀਰ ਜਿਹੜੀ ਹੈ ਨਾ, ਇਹ ਕਿਤੇ ਨਾ ਕਿਤੇ ਇਹਦੀਆਂ ਕੜੀਆਂ ਪਤਾ ਨਹੀਂ ਕਿਤੇ ਕਿਤੇ ਹੋ ਚੁੱਕੀਆਂ। ਇਹ ਉਹ ਸਰਕਾਰ ਹੈ ਜਿਹੜੀ IMF ਵਰਗੇ ਇੰਸਟੀਚਿਊਟ ਤੋਂ ਵੀ ਆਪਣੇ ਹੱਕ 'ਚ ਭੁਗਤਾਉਣਾ ਜਾਣਦੀ ਹੈ, ਜਿਹੜੀ ਕਹਿੰਦੀ ਆ ਵੀ ਬਈ IMF ਅੱਗੇ ਆ ਜਾਵੇ, ਉਹ ਕਵੇ ਜੀ ਮੈਂ ਤਾਂ ਕਿਤੇ ਨਾ ਕਿਤੇ ਇਹਦੇ ਹੱਕ ਦੇ ਵਿੱਚ ਆ। ਤੁਸੀਂ ਹੁਣ ਇਹ ਦੇਖੋ, ਲੋਕ ਬਹੁਤ ਸਾਰੇ ਆਏ ਕਹਿੰਦੇ ਜੀ ਤੁਸੀਂ ਐਵੇਂ ਇਹਨੂੰ ਭੰਡਦੇ ਫਿਰਦੇ ਹੋ। ਦੇਖੋ IMF ਵਰਗੀ, WTO ਵਰਗੀ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਰਗੀ ਜਿਹੜੀ ਵੱਡੀ ਸਾਰੀ ਆਰਗੇਨਾਈਜੇਸ਼ਨ ਆ, ਦੁਨੀਆ ਦੀ ਆਰਗੇਨਾਈਜੇਸ਼ਨ ਹੈ, ਇਹਦੇ ਹੱਕ ਭੁਗਤਣ ਡਈ ਆ। ਤੇ ਫਿਰ ਮੇਰਾ ਸਵਾਲ ਉਹਨਾਂ ਨੂੰ ਇਹ ਹੁੰਦਾ ਕਿ ਦੇਖੋ ਇਹ ਕਿਤੇ ਨਾ ਕਿਤੇ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਅੰਬਾਨੀਆਂ ਦੇ ਇੱਥੇ ਜਿਹੜੇ ਟਾਵਰ ਜਿਹੜੇ ਆ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਅੰਬਾਨੀਆਂ ਦੇ ਟਾਵਰ ਸਾੜ ਦਿੱਤੇ, ਤਾਂ ਜਦੋਂ ਉਹਨਾਂ ਦੀ ਪੁੱਛ ਪੜਤਾਲ ਹੋਈ ਤਾਂ ਪਤਾ ਲੱਗਿਆ ਜੀ ਇਹ ਕਿਸੇ ਕੈਨੇਡੀਅਨ ਕੰਪਨੀ ਨੇ ਜਿਹੜੇ ਸੀਗੇ ਉਹਨਾਂ ਦੇ ਟਾਵਰ ਸੀ। ਅੰਬਾਨੀਆਂ ਦੇ ਟਾਵਰ ਤਾਂ ਹੈ ਹੀ ਨਹੀਂ ਸੀਗੇ। ਅੰਬਾਨੀਆਂ ਨੇ ਉਹਨਾਂ ਤੋਂ ਕਿਰਾਏ ਤੇ ਲਏ ਹੋਏ ਸੀਗੇ ਵੀ ਤੁਸੀਂ ਸਾਡੀ ਦੇਖ ਸੁਖਾ ਕਰਨੀ ਹੈ ਤੇ ਸਾਡੇ ਕੋਲ ਆਓ। ਹੁਣ ਇਹਦੀਆਂ ਕੁੰਡੀਆਂ ਜਿਹੜੀਆਂ ਨੇ ਇਹ ਅੰਬਾਨੀਆਂ ਅਡਾਨੀਆਂ ਤੋਂ ਉੱਪਰ ਵੀ ਦੁਨੀਆ ਦੇ ਵੱਡੇ ਜਿਹੜੇ ਕਾਰਪੋਰੇਟ ਆ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ। ਇਹ ਕਿਤੇ ਨਾ ਕਿਤੇ ਤਸਵੀਰ ਸਮਝਣੀ ਚਾਹੀਦੀ ਹੈ। ਤੇ ਦੁਨੀਆ ਦੀਆਂ ਵੱਡੀਆਂ ਕਾਰਪੋਰੇਟ ਏਜੰਸੀਆਂ ਦੀ ਕੀ WTO ਤੱਕ ਨਹੀਂ ਪਹੁੰਚ ਹੋ ਸਕਦੀ, IMF ਤੱਕ ਨਹੀਂ ਪਹੁੰਚ ਹੋ ਸਕਦੀ? ਸੋ ਕਿਤੇ ਨਾ ਕਿਤੇ ਇਹ ਕਿਤੇ ਨਾ ਮਿਲੀ ਭਗਤ ਹੈ। ਇਹ ਤਲਾਅ ਜਿਹੜਾ ਹੈ ਸਮੁੰਦਰ ਤਰ੍ਹਾਂ ਆ। ਅਸੀਂ ਸਿਰਫ ਤਲਾਅ ਨਾ ਦੇਖੀਏ, ਸਮੁੰਦਰ ਵੀ ਦੇਖੀਏ। ਪਰ ਸਮੁੰਦਰ ਤਾਂ ਦੇਖਾਂਗੇ ਜੇ ਅਸੀਂ ਆਪਣਾ ਤਲਾਅ ਸਾਫ਼ ਕਰ ਲਈਏ, ਫਿਰ ਹੌਲੀ ਹੌਲੀ ਸਮੁੰਦਰ ਕਰ ਲਵਾਂਗੇ। ਜੀ ਖੈਰ ਸਾਹਿਬ, ਇੱਥੇ ਅਸੀਂ ਗੱਲ ਕੀਤੀ ਕਿ ਹਾਂ ਵੀ NIA ਨੇ ਜਿਹੜੇ ਸੰਮਣ ਭੇਜੇ ਨੇ ਉਹ ਖਾਲਸਾ ਏਡ ਵਰਗੀ ਜਿਹੜੀ ਸੋਸ਼ਲ NGO ਹੈ ਉਹਨਾਂ ਨੂੰ ਵੀ ਤਲਬ ਕੀਤਾ। ਤੇ ਗੱਲ ਕਰੀਏ ਖਾਲਸਾ ਏਡ ਦੀ ਤਾਂ ਹੁਣੇ ਖਬਰ ਆਈ ਹੈ ਕਿ ਖਾਲਸਾ ਏਡ ਨੂੰ ਜਿਹੜਾ ਨੋਬਲ ਪੁਰਸਕਾਰ ਮਿਲਦਾ ਹੈ ਪੂਰੇ ਵਰਲਡ ਦੇ ਵਿੱਚ, ਹੈ ਨਾ। ਸਭ ਤੋਂ ਬੜੇ ਘੱਟ ਚੀਜ਼ਾਂ ਨੂੰ ਮਤਲਬ ਪੂਰੀ ਦੇਖ ਰੇਖ ਕਰਕੇ ਉਹਨਾਂ ਵਿੱਚ ਉਹਨਾਂ ਦਾ ਮਤਲਬ ਨੋਮੀਨੇਸ਼ਨ ਕੀਤਾ ਜਾਂਦਾ ਹੈ। ਪਹਿਲਾਂ ਤਾਂ ਸਿਰਫ ਨਾਮਜ਼ਦ ਕੀਤਾ ਜਾਂਦਾ ਹੈ। ਸੋ ਸਿਰਫ ਨੋਮੀਨੇਸ਼ਨ ਹੀ ਇੱਕ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ, ਕਿਉਂਕਿ ਜਿਹੜੀ ਖਾਲਸਾ ਏਡ ਜਿਹੜੀ ਆਰਗੇਨਾਈਜੇਸ਼ਨ ਨੇ ਜੋ ਕਿ ਪਿਛਲੇ 20 ਸਾਲਾਂ ਤੋਂ ਦੁਨੀਆ ਭਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੀਆਂ ਨੇ। ਚਾਹੇ ਕਿਤੇ ਵੀ ਕੋਈ ਵੀ ਪ੍ਰੋਬਲਮ ਆ ਜਾਂਦੀ, ਚਾਹੇ ਕੁਦਰਤੀ ਆਪਦਾ ਆ ਜਾਵੇ, ਕੋਈ ਐਕਸੀਡੈਂਟ ਹੋ ਜਾਵੇ, ਕੋਈ ਅੱਗ ਲੱਗ ਜਾਵੇ, ਕੁਝ ਵੀ ਹੋ ਜਾਵੇ, ਹਰ ਜਗ੍ਹਾ ਤੇ ਜਿਹੜੇ ਖਾਲਸਾ ਏਡ ਦੇ ਜਿਹੜੇ ਸਾਡੇ ਫੌਜੀ ਹੁੰਦੇ ਨੇ ਉੱਥੇ ਪਹੁੰਚ ਕੇ ਉੱਥੇ ਪੂਰੀ ਮਦਦ ਕਰਦੇ ਨੇ, ਉੱਥੋਂ ਦੇ ਲੋਕਾਂ ਨੂੰ ਅੰਨ ਪਾਣੀ ਛਕਾਉਂਦੇ ਨੇ, ਉਹਨਾਂ ਦੀ ਪੂਰੀ ਹੈਲਪ ਕਰਦੇ ਨੇ। ਸਭ ਤੋਂ ਪਹਿਲਾਂ ਤਾਂ ਖੈਰਾ ਸਾਹਿਬ ਇੱਥੇ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਦੀ ਬੜੀ ਮਾੜੀ ਗੱਲ ਹੈ ਕਿ ਖਾਲਸਾ ਏਡ ਵਰਗੀ ਆਰਗੇਨਾਈਜੇਸ਼ਨ ਨੂੰ ਤੁਸੀਂ ਖਾਲਿਸਤਾਨੀ ਕਹਿ ਦਿੰਦੇ ਹੋ ਜਾਂ ਫਿਰ ਉਹਨੂੰ ਵੱਖਵਾਦੀ ਜਾਂ ਪੱਖਵਾਦੀ ਕੁਝ ਵੀ ਤੁਸੀਂ ਉਹ ਵੱਖਰਾ ਨਾਮ ਦੇ ਦਿੰਦੇ ਹੋ, ਜਦ ਕਿ ਜਿਹੜੀ ਉਹ ਆਰਗੇਨਾਈਜੇਸ਼ਨ ਨੇ ਉਹ ਕਿਸੇ ਵੀ ਧਰਮ, ਕਿਸੇ ਵੀ ਜਾਤ ਪਾਤ ਨੂੰ ਬਿਨਾਂ ਦੇਖੇ ਪੁੱਛੇ ਹਰ ਇੱਕ ਦੀ ਮਦਦ ਕਰਦੀ ਹੈ। ਦੁਨੀਆ ਦੇ ਵਿੱਚ ਉਹਦਾ ਵੱਖਰਾ ਨਾਮ ਹੈ। ਇਹੀ ਕਾਰਨ ਹੈ ਕਿ ਨੋਬਲ ਜਿਹੜਾ ਪ੍ਰਾਈਜ਼ ਹੈ ਉਹਦੇ ਲਈ ਉਹਨਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ। ਵੈਸੇ ਤਾਂ ਜਿਹੜੀ ਸਾਡੀ ਆਰਗੇਨਾਈਜੇਸ਼ਨ ਹੈ ਉਸ ਨੂੰ ਵੀ ਕੋਈ ਪੁਰਸਕਾਰ ਜਾਂ ਕਿਸੇ ਵੀ ਨਾਮਜ਼ਦਗੀ ਦੀ ਕੋਈ ਲੋੜ ਨਹੀਂ। ਉਹਦਾ ਆਪਣਾ ਜਿਹੜਾ ਰੁਤਬਾ ਹੈ, ਜਿਹੜਾ ਦਰਜਾ ਹੈ, ਉਹ ਆਪਣੇ ਆਪ 'ਚ ਬਹੁਤ ਵੱਡਾ ਹੈ। ਬਟ ਫਿਰ ਵੀ ਮੈਂ ਕਹਾਂਗਾ ਕਿ ਕੇਂਦਰ ਸਰਕਾਰ ਹੈ ਨਾ, ਜਿਹੜੀ ਸਾਡੀ ਮੋਦੀ ਸਰਕਾਰ ਹੈ, ਉਹਨਾਂ ਦੇ ਲਈ ਇੱਕ ਕਰਾਰੀ ਚੰਡ ਵਰਗਾ ਮੈਂ ਕਹਿੰਦਾ ਜਿਹੜਾ ਰੋਲ ਹੋਏਗਾ ਕਿ ਹਾਂ ਵੀ ਉਹਨਾਂ ਨੂੰ ਜਦੋਂ ਜਿਹੜਾ ਖਾਲਸਾ ਏਡ ਹੈ ਜਦੋਂ ਉਸਨੂੰ ਉੱਥੇ ਉਹ ਮਤਲਬ ਨਾਮਜ਼ਦ ਕੀਤਾ ਜਾਂਦਾ ਹੈ। ਦੇਖੋ ਤੁਹਾਡਾ ਰਸੂਖ ਜਿਹੜਾ ਹੈ ਜਾਂ ਤੁਹਾਡਾ ਇੱਕ ਅਹੁਦਾ ਜਿਹੜਾ ਹੈ ਉਹ ਤੁਹਾਡੇ ਕੰਮਾਂ ਤੋਂ ਪਛਾਣਿਆ ਜਾਂਦਾ ਆ। ਸੋ ਜੇ ਅਸੀਂ ਹੁਣ ਖਾਲਸਾ ਏਡ ਦੀ ਗੱਲ ਕਰ ਲਈਏ ਤੇ ਖਾਲਸਾ ਏਡ ਦਾ ਇੱਕ ਬਿਆਨ ਆਉਂਦਾ ਆ ਕਿ ਸਭ ਤੋਂ ਜ਼ਿਆਦਾ ਔਖਾ ਸਾਨੂੰ ਭਾਰਤ ਦੇ ਵਿੱਚ ਕੰਮ ਕਰਨਾ ਆ, ਕਿਉਂਕਿ ਭਾਰਤ ਦੇ ਵਿੱਚ ਕਹਿੰਦੇ ਜੀ ਸਾਡੀਆਂ ਲੱਤਾਂ ਬਹੁਤ ਖਿੱਚਦੇ ਆ। ਇਹਨਾਂ ਤੋਂ ਕਹਿੰਦੇ ਸਾਨੂੰ ਸੀਰੀਆ ਦੇ ਵਿੱਚ ਲੋਕਾਂ ਨੇ ਤੰਗ ਨਹੀਂ ਸੀ ਕੀਤਾ ਜਿੰਨਾ ਸਾਨੂੰ ਭਾਰਤ ਦੇ ਵਿੱਚ ਤੰਗ ਕਰ ਰਹੇ ਨੇ। ਤੁਸੀਂ ਰਵੀ ਸਿੰਘ ਦੀ ਇੰਟਰਵਿਊ ਦੇਖੀ ਹੋਣੀ ਆ, ਉਹਨੇ ਤੁਹਾਨੂੰ ਆਪਾਂ ਨੂੰ ਖੋਲ ਕੇ ਦਿਖਾਇਆ ਕਿ ਆਹ ਦੇਖੋ ਮੈਂ ਇੰਨਾ ਘਾਤਕ ਅੱਤਵਾਦੀ ਹਾਂ, ਮੇਰੇ ਕੋਲੇ ਇੰਨਾ ਕੁਝ ਖਾਣ ਨੂੰ ਆ ਕਿ ਅਸੀਂ ਖਿਲਾ ਕੇ ਤੁਹਾਨੂੰ ਮਾਰ ਸਕਦੇ ਹਾਂ। ਸੋ ਇੱਕ ਤਰੀਕੇ ਦੇ ਨਾਲ ਇਹ ਸਭ ਨੂੰ ਪਤਾ ਸੀਗਾ ਕਿ ਇਹ ਪ੍ਰੈਸ਼ਰ ਕਿਉਂ ਬਣ ਰਿਹਾ। ਮੈਂ ਦੂਸਰੀ ਗੱਲ ਇੱਥੇ ਜੋੜਦਾ, ਸਾਡੇ ਜਿਹੜਾ ਇੱਕ ਨਾਮਵਰ ਕਲਾਕਾਰ ਹੈ ਦਲਜੀਤ ਦੋਸਾਂਝ ਨੂੰ ਵੀ ਪਿੱਛੇ ਜੇ ਕਿਹਾ ਕਿ ਤੁਸੀਂ ਇੱਦਾਂ ਕਰੋ ਕਿ ਉਹਨਾਂ ਨੂੰ ED ਵੱਲੋਂ ਆ ਗਿਆ ਇਹ ਕਿ ਆਓ ਜੀ ਤਾਂ ਤੁਸੀਂ ਦੱਸੋ ਕਿ ਤੁਸੀਂ ਜਿਹੜਾ ਇਹ ਪੈਸਾ ਦਿੱਤਾ ਹੈ ਤੁਹਾਨੂੰ ਕਿੱਥੋਂ ਆਇਆ ਸੀਗਾ। ਫਿਰ ਉਹਨਾਂ ਨੂੰ ਇਹ ਵੀ ਕਿਹਾ ਵੀ ਬਈ ਇਹ ਬੰਦਾ ਜਿਹੜਾ ਹੈ ਇਹ ਦੇਸ਼ ਦਰੋਹ ਕਰਨ ਲਿਆ, ਸਾਡਾ ਦੇਸ਼ ਦਾ ਭਾਰਤੀ ਨਹੀਂ ਹੈਗਾ ਇਹ। ਸੋ ਉਹਨਾਂ ਨੂੰ ਜਿਹੜਾ ED ਨੇ ਪੁੱਛ-ਦੱਸ ਲਈ ਬੁਲਾ ਲਿਆ। ਫਿਰ ਉਹਨਾਂ ਨੇ ਕਿਹਾ ਕਿ ਦੇਖੋ ਮੇਰੀ ਇਨਕਮ ਟੈਕਸ ਰਿਟਰਨ ਮੈਂ ਹਰ ਵਾਰ ਜਿਹੜਾ ਹੈ ਟਾਈਮ ਤੇ ਭਰਦਾ ਆ, ਔਰ ਉਤੋਂ ਜਿਹੜਾ ਇਨਕਮ ਟੈਕਸ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਤੋਂ ਹੀ ਉਹਨਾਂ ਨੂੰ ਜਿਹੜਾ ਹੈ ਇੱਕ ਪਲੈਟੀਨਮ ਸਿਟੀਜ਼ਨ ਦਾ ਜਿਹੜਾ ਹੈ ਖਿਤਾਬ ਮਿਲਿਆ ਹੋਇਆ। ਤਾਂ ਤੁਸੀਂ ਇਹ ਹਿਸਾਬ ਲਾ ਲਓ ਕਿ ਇਹਨਾਂ ਨੂੰ ਭੰਡਣ ਦੇ ਲਈ ਕੋਈ ਵੀ ਬੰਦਾ ਚਾਹੀਦਾ ਹੈ।
ਦੂਸਰੇ ਬੰਨੇ ਸਾਡੇ ਪੰਜਾਬ ਦੀ ਗੱਲ ਕਰ ਲਓ, ਜੇ ਪੰਜਾਬ ਦੇ ਵਿੱਚ ਵੀ ਇਹੀ ਕੁਛ ਹੀ ਹੋਣ ਡਿਆ। ਸ਼੍ਰੀ ਬਰਾੜ ਦਾ ਨਾਂ ਦਾ ਇੱਕ ਸਿੰਗਰ ਆਉਂਦਾ ਆ ਤੇ ਰਾਈਟਰ ਆ, ਉਹ ਉਹੀ ਰਾਈਟਰ ਆ ਜਿਹਨੇ ਕਿਸਾਨੀ ਐਂਥਮ ਲਿਖਿਆ, ਤੇ ਉਹਨੂੰ ਜਿਹੜਾ ਹੈ ਉਹਦੇ ਪਹਿਲਾਂ 3-4 ਸਾਲ ਪਹਿਲਾਂ ਗਾਏ ਹੋਏ ਗਾਣੇ ਨੂੰ ਜਿਹੜਾ ਹੈ ਉਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਉਹਦੇ ਦੇ ਉੱਤੇ ਭੜਕਾਊ ਗਾਣਿਆਂ ਦੇ, ਹਿੰਸਾ ਭੜਕਾਊ ਗਾਣਿਆਂ ਦਾ ਜਿਹੜਾ ਵਿਰੋਧ ਲਾ ਦਿੱਤਾ। ਅਸੀਂ ਨਹੀਂ ਕਹਿੰਦੇ ਕਿ ਗਾਣੇ ਜਿਹੜੇ ਭੜਕਾਊ ਲਿਖਣੇ ਚਾਹੀਦੇ ਨੇ, ਪਰ ਸਰਕਾਰ ਪਹਿਲਾਂ 3 ਸਾਲ 4 ਸਾਲ ਸੁੱਤੀ ਹੋਈ ਸੀਗੀ, ਉਹਨਾਂ ਨੂੰ ਉਦੋਂ ਨਹੀਂ ਚੇਤਾ ਆਇਆ ਕਿ ਇਹ ਭੜਕਾਊ ਗਾਣੇ ਨੇ। ਨਾਲੇ ਜੇ ਅਸੀਂ ਪੰਜਾਬ ਦੇ ਗੱਲ ਕਰ ਲਈਏ ਤੇ ਤੂੰ ਨਹੀਂ ਬੋਲਦੀ ਤੇਰੇ ਰਕਾਨੇ, ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ, ਤੇ ਇਹਦੇ ਵਿੱਚ ਵੀ ਦੇਖੋ ਸਾਨੂੰ ਪਤਾ ਕਿ ਦਾਰੂ ਭੜਕਾਉਣ ਦੇ ਇੱਦਾਂ ਦੇ ਲੱਖਾਂ ਹੀ ਗਾਣੇ ਆ। ਜੇ ਆਪਾਂ ਕਹਿ ਲਈਏ ਕਿ ਜਿਹੜੇ ਗਨ ਨੂੰ ਪ੍ਰਮੋਟ ਕਰਦੇ ਆ, ਦਾਰੂ ਕਲਚਰ ਨੂੰ ਪ੍ਰਮੋਟ ਕਰਦੇ ਆ, ਤਾਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰੋਕਦੇ? ਸੋ ਕਿਤੇ ਨਾ ਕਿਤੇ ਇਹ ਸਭ ਕੁਝ ਪ੍ਰੈਸ਼ਰ ਬਣਾਉਣ ਦੀ ਗੱਲ ਹੈ। ਹੁਣ ਮੈਂ ਗੱਲ ਕਰਾਂ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਨੇ, ਜਿਹੜੀਆਂ ਨੈਸ਼ਨਲ ਏਜੰਸੀਆਂ ਨੇ, ਇਹ ਕਿਤੇ ਨਾ ਕਿਤੇ ਪਹਿਲਾਂ ਵੀ ਇੱਦਾਂ ਹੁੰਦਾ ਸੀ ਜਦੋਂ ਕੇਂਦਰ ਦੇ ਵਿੱਚ ਕਾਂਗਰਸ ਆ, ਜਾਂ ਫਿਰ ਹੁਣ ਜੇ ਕਹਿ ਲਓ ਕਿ ਬੀਜੇਪੀ ਹੈ, ਤੇ ਥੋੜੀ ਸ਼ਰੇਆਮ ਹੋ ਗਈ ਹੈ। ਇਹਨਾਂ ਨੇ ਇਹ ਏਜੰਸੀਆਂ, ਚਾਹੇ ਉਹ ਈਡੀ ਹੋਵੇ, ਚਾਹੇ ਉਹ ਜਿਹੜੀ ਆਪਣੀ ਕਹਿ ਲਈਏ NI ਹੋਈ ਆ, ਇਹ ਸਾਰੀਆਂ ਇਹ ਧੜਵੰਜਾਂ ਦੇ ਕਰ ਲਈਆਂ ਨੇ। ਪਰ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬਈ ਭਲੇ ਲੋਕੋ ਥੋੜਾ ਜਿਹਾ ਪਰਦਾ ਪਾ ਕੇ ਕੰਮ ਕਰ ਲਿਓ, ਕਿਉਂਕਿ ਕੱਲ੍ਹ ਨੂੰ ਕੋਈ ਕਿਤੇ ਦੇਸ਼ ਧਰੋਹ ਦਾ ਮਾਮਲਾ ਸੱਚੀ ਹੁੰਦਾ ਆ, ਜਾਂ ਫਿਰ ਕੱਲ੍ਹ ਨੂੰ ਕੋਈ ਦੇਸ਼ ਦੇ ਨਾਲ ਕੋਈ ਖਿਲਵਾੜ ਵਾਲਾ ਮਾਮਲਾ ਆਉਂਦਾ, ਤੇ ਤੁਹਾਡੀ ਜਿਹੜੀ ਹੈ NI ਜਿਹੜੀ ਹੈ ਉਹ ਗੱਲਬਾਤ ਕਰੇ ਤੇ ਲੋਕਾਂ ਨੂੰ ਲੱਗੇ ਕਿ ਇਹਨੇ ਪਹਿਲਾਂ ਵੀ ਇਹ ਕੁਝ ਕੀਤਾ ਸੀਗਾ, ਇਹ ਤਾਂ ਇੱਦਾਂ ਹੀ ਕਰਤੀ ਆ। ਸੋ ਕਿਤੇ ਨਾ ਕਿਤੇ ਸ਼ਾਇਦ ਆਪਣੀ ਸਾਖ ਬਚਾਉਣ ਦੇ ਲਈ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪਰਦਾ ਜਿਹੜਾ ਹੈ ਉਹ ਪਾਉਣਾ ਬਹੁਤ ਜ਼ਰੂਰੀ ਹੈ। ਹੁਣ ਆਪਾਂ ਜੇ ਈਡੀ ਦੀ ਗੱਲ ਕਰ ਲਈਏ ਤੇ ਈਡੀ ਦੀ ਗੱਲ ਹੈ, ਇੱਥੇ ਰਣਇੰਦਰ ਨੂੰ ਜਿਹੜਾ ਆਪਣੇ ਕੈਪਟਨ ਅਮਰਿੰਦਰ ਹੋਣਾ ਦਾ ਬੇਟਾ ਆ, ਉਹਨੂੰ ਵੀ ਸੰਮਣ ਆ ਗਏ, ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਆ ਗਏ ਸੰਮਣ, ਵੀ ਪਹਿਲਾਂ ਈਡੀ ਸੁੱਤੀ ਹੋਈ ਸੀਗੀ, ਪਹਿਲਾਂ ਈਡੀ ਨੂੰ ਪਤਾ ਨਹੀਂ ਸੀਗਾ ਵੀ ਇਹ ਕੁਝ ਕਰ ਦਿੱਤੇ ਆ, ਜਾਂ ਫਿਰ ਇਹਨਾਂ ਦੇ ਕੋਲ ਧਾਂਦਲੀ ਦਾ ਕੁਝ ਹੈਗਾ ਆ। ਫਿਰ ਜਦੋਂ ਅਗਲੇ ਕੋਆਪਰੇਟ ਕਰਨ ਲੱਗ ਪਏ, ਫਿਰ ਉਦੋਂ ਦੀ ਈਡੀ ਵੀ ਬੰਦ ਹੋ ਗਈ। ਹੁਣ ਈਡੀ ਦੇ ਕੋਲ ਨਾ ਰਣਇੰਦਰ ਆਇਆ ਤੇ ਨਾ ਕੈਪਟਨ ਅਮਰਿੰਦਰ ਆਇਆ। ਸੋ ਕਿਤੇ ਨਾ ਕਿਤੇ ਤੁਸੀਂ ਇਹ ਤੋਂ ਹਿਸਾਬ ਲਾ ਸਕਦੇ ਹੋ ਕਿ ਏਜੰਸੀਆਂ ਜਿਹੜੀਆਂ ਨੇ ਉਹ ਸਿਰਫ ਤੇ ਸਿਰਫ ਲੋਕਾਂ ਨੂੰ ਡਰਾਉਣ, ਧਮਕਾਉਣ ਤੇ ਆਪਣੇ ਕੰਮ ਕੱਢਣ ਲਈ ਰੱਖੀਆਂ ਹੋਈਆਂ ਇਹਨਾਂ ਨੇ। ਜੀ ਖੈਰ ਸਾਹਿਬ, ਤੁਸੀਂ ਗੱਲ ਕੀਤੀ ਕਿ ਹਾਂ ਵੀ ਅਗਰ ਵਾਕਈ ਦੇਸ਼ ਵਿੱਚ ਕੋਈ ਉਹੋ ਜਿਹਾ ਐਲੀਮੈਂਟ ਹੁੰਦਾ ਹੈ ਜੋ ਕਿ ਦੇਸ਼ ਵਿਰੋਧੀ ਹੋਵੇ ਜਾਂ ਹੋਰਾਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਪ੍ਰਮੋਟ ਕਰੇ। ਸੋ ਸਿਮਿਲਰਲੀ ਇੱਕ ਰੀਸੈਂਟਲੀ ਇੱਕ WhatsApp ਜਿਹੜੀ ਚੈਟ ਹੈ ਉਹ ਮੈਂ ਕਹਿੰਦਾ ਸ਼ੇਅਰ ਹੋਈ ਹੈ, ਜਨਤਕ ਤੌਰ ਤੇ ਕਰ ਦਿੱਤੀ ਗਈ। ਇੱਕ ਬਹੁਤ ਵੱਡਾ ਨਿਊਜ਼ ਚੈਨਲ ਜੋ ਕਿ ਆਪਣੇ ਆਪ 'ਚ ਖੁਦ ਕਹਾਉਂਦਾ ਕਿ ਮੇਰਾ ਜਿਹੜਾ ਚੈਨਲ ਹੈ ਉਹ ਬਹੁਤ ਜ਼ਿਆਦਾ ਵੱਡਾ ਹੈ, ਐਂਡ ਜੋ ਗੱਲਾਂ ਮੈਂ ਕਰਦਾ ਮੈਂ ਬਹੁਤ ਸਹੀ ਗੱਲਾਂ ਕਰਦਾ, ਐਂਡ ਮੈਂ ਭਾਰਤ ਦੇ ਪੱਖ ਵਿੱਚ ਗੱਲਾਂ ਕਰਦਾ। ਸੋ ਮੈਂ ਗੱਲ ਕਰ ਰਿਹਾ ਆਰ ਭਾਰਤ ਦੇ CEO ਐਂਡ ਉੱਥੋਂ ਦੇ ਜਿਹੜੇ ਚੇਅਰਮੈਨ ਜੋ ਵੀ ਨੇ ਅਰਨਬ ਗੋਸਵਾਮੀ, ਠੀਕ ਹੈ, ਜਿਨ੍ਹਾਂ ਦੀ ਇੱਕ WhatsApp ਚੈਟ ਪਿੱਛੇ ਜੀ ਲੀਕ ਹੁੰਦੀ ਹੈ, ਜਿਸ ਵਿੱਚ ਉਹ ਜਿਹੜਾ ਪੁਲਵਾਮਾ ਦਾ ਅਟੈਕ ਜਿਹੜਾ ਹੈ ਜੋ ਕਿ ਲਾਸਟ 14 ਫਰਵਰੀ 2019 ਨੂੰ ਹੁੰਦਾ, ਉਸ ਤੋਂ ਪਹਿਲਾਂ ਵੀ ਇੱਕ ਚੈਟ ਵਿੱਚ ਸ਼ੋਅ ਹੁੰਦਾ ਹੈ, ਉਹ ਕਿਸੇ ਨਾਲ ਗੱਲਬਾਤ ਕਰ ਰਹੇ ਨੇ ਕਿ ਬਈ ਇੱਕ ਦੇਸ਼ ਵਿੱਚ ਬਹੁਤ ਵੱਡੀ ਘਟਨਾ ਹੋਣ ਜਾ ਰਹੀ ਹੈ, ਐਂਡ ਉਸ ਘਟਨਾ ਦੇ ਨਾਲ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਬਹੁਤ ਫਾਇਦਾ ਹੋਵੇਗਾ, ਕਿਉਂਕਿ ਇਲੈਕਸ਼ਨਸ ਵੀ ਆ ਰਹੇ ਸੀਗੇ ਉਸ ਟਾਈਮ। ਤੇ ਮਤਲਬ ਕਹਿਣ ਦਾ ਮਤਲਬ ਕਿ ਉਹ ਪਹਿਲਾਂ ਹੀ ਆਪਣੀ ਚੈਟ ਵਿੱਚ ਉਸ ਚੀਜ਼ ਨੂੰ ਸ਼ੋਅ ਕਰ ਚੁੱਕੇ ਨੇ ਕਿ ਹਾਂ ਵੀ ਦੇਸ਼ ਦੇ ਵਿੱਚ ਇੱਕ ਸਟ੍ਰਾਈਕ ਹੋਣ ਜਾ ਰਹੀ ਹੈ, ਇੱਕ ਬਹੁਤ ਲੋਕਾਂ ਦਾ ਨੁਕਸਾਨ ਵੀ ਹੋਏਗਾ, ਬਟ ਪੋਲੀਟੀਕਲ ਬੜਾ ਫਾਇਦਾ ਜਿਹੜਾ ਹੈ ਮਾਈਲੇਜ ਮਿਲੇਗਾ ਉਹਨਾਂ ਨੂੰ, ਪੋਲੀਟੀਕਲ ਮਾਈਲੇਜ ਵੀ ਮਿਲੇਗਾ, ਪਲੱਸ ਉਹਨਾਂ ਦੀ ਜਿਹੜੀ ਚੈਨਲ ਦੀ TRP ਹੈ ਉਹ ਵੀ ਬਹੁਤ ਵਧੇਗੀ। ਸੋ ਉਹ ਜਦੋਂ ਚੈਟ ਜਦੋਂ ਜਨਤਕ ਤੌਰ ਤੇ ਦੇਖੀ ਜਾਂਦੀ ਹੈ, ਤੇ ਜਨਾਬ ਮੈਂ ਉਦੋਂ ਪੁੱਛਾਂਗਾ NIA ਜੋ ਕਿ ਤੁਸੀਂ ਕਿਹਾ ਕਿ ਇੰਡੀਪੈਂਡੈਂਟ ਬੋਡੀ ਹੈ, ਉਹ ਉੱਥੇ ਕਿਉਂ ਨਹੀਂ ਜਾ ਰਹੀ? ਮੈਂ ਵੈਸੇ ਗੱਲ ਕਰ ਰਿਹਾ, ਐਂਡ ਸੇਮ ਪਰਸਨ, ਸੇਮ ਐਂਕਰ ਜਿਹੜਾ ਹੈ ਜੋ ਕਿ ਗੋਦੀ ਮੀਡੀਆ ਦਾ ਗੋਦ ਵਿੱਚ ਸਭ ਤੋਂ ਨੰਬਰ 1 ਤੇ ਬੈਠਾ ਹੋਇਆ, ਠੀਕ ਹੈ, ਜੋ ਕਿ ਪਿਛਲੇ ਸੁਸ਼ਾਂਤ ਰਾਜਪੂਤ ਦੇ ਕੇਸ ਦੇ ਵਿੱਚ ਇਹਨਾਂ ਨੇ ਬੜੀ ਲਹਿਰ ਬਣਾਈ ਹੈ, ਐਂਡ ਮਹਾਰਾਸ਼ਟਰ ਗਵਰਨਮੈਂਟ ਜੋ ਕਿ ਰੀਸੈਂਟਲੀ ਉਹਨਾਂ ਦਾ ਗੱਠਜੋੜ ਟੁੱਟਿਆ ਹੈਗਾ BJP ਦੇ ਨਾਲ, ਤੇ ਉਹ ਕਾਂਗਰਸ ਦੇ ਨਾਲ ਅਲਾਈਅੰਸ ਕਰਕੇ ਉਹਨਾਂ ਨੇ ਆਪਣੀ ਸਰਕਾਰ ਉੱਥੇ ਬਣਾਈ ਸੀਗੀ, ਉਹਨਾਂ ਦੇ ਵਿਰੁੱਧ ਕਾਫੀ ਕੁਝ ਉਹਨਾਂ ਨੇ ਬੋਲਿਆ, ਮੰਦਾ ਭਾਗਾ ਬੜਾ ਕੁਝ ਬੋਲਿਆ, ਉਹਨਾਂ ਨੇ ਬੜੀ ਛਾਤੀ ਠੋਕ ਕੇ ਕਿਹਾ ਕਿ ਹਾਂ ਵੀ ਮੈਂ ਬੈਠਾ, ਜੋ ਕੁਝ ਕਰਨਾ ਕਰ ਲਓ। ਪਰ ਜਦੋਂ ਉਹਨਾਂ ਨੇ ਕੀਤਾ ਤਾਂ ਸੁਪਰੀਮ ਕੋਰਟ ਫੇਰ ਵਿੱਚ ਆਉਂਦੀ ਹੈ ਤੇ ਹਾਈ ਕੋਰਟ ਨੂੰ ਜਵਾਬ ਮੰਗਦੀ ਹੈ ਕਿ ਹਾਂ ਵੀ ਤੁਸੀਂ ਤਾਂ ਇਕੱਲੇ ਬੰਦੇ ਨੂੰ ਇੱਦਾਂ ਅੰਦਰ ਨਹੀਂ ਕਰ ਸਕਦੇ, ਠੀਕ ਹੈ। ਸੋ ਸੁਪਰੀਮ ਕੋਰਟ ਹਰ ਜਗ੍ਹਾ, ਭਾਵੇਂ ਉਹ ਸਾਡੇ ਕੇਸ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਕੇਸ ਦੀ ਗੱਲ ਹੋਵੇ, ਇੱਕ ਸਪੈਸ਼ਲ ਤੀਸਰੇ ਦਰਵਾਜ਼ੇ ਤੋਂ ਐਂਟਰੀ ਮਾਰਦੀ ਹੈ ਤੇ ਫੈਸਲਾ ਜਾਂ ਕੁਝ ਵੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਸੋ ਦੁਬਾਰਾ ਆਪਾਂ ਅਰਨਬ ਗੋਸਵਾਮੀ ਦੀ ਗੱਲ ਕਰ ਲਈਏ ਕਿ ਜਦੋਂ ਸੁਸ਼ਾਂਤ ਰਾਜਪੂਤ ਦਾ ਜਦੋਂ ਕੇਸ ਹੋਇਆ ਸੀਗਾ, ਉਦੋਂ ਬੜੀਆਂ ਚੈਟਾਂ ਜਿਹੜੀ ਦਿਖਾ ਕੇ ਨਾ ਕਿ ਬਾਲੀਵੁੱਡ ਵਿੱਚ ਡਰੱਗਸ ਚੱਲਦਾ ਪਿਆ, ਇਹ ਚੱਲਦਾ ਉਹ ਚੱਲਦਾ, ਜਿਹਦੀ ਬਦੌਲਤ ਹੁਣ ਵੀ ਕਾਫੀ ਸਾਰੇ ਜਿਹੜੇ ਐਕਟਰਸ ਨੇ ਉਹਨਾਂ ਨੂੰ ਸੰਮਨ ਜਾਰੀ ਹੁੰਦੇ ਨੇ ਕਿ ਹਾਂ ਵੀ ਤੁਸੀਂ ਨਸ਼ਾ ਕਰਦੇ ਹੋ, ਤੁਹਾਡੀ ਜਾਂਚ ਹੋਣੀ ਹੈ। ਚਲੋ ਇੱਕ ਗੱਲ ਚੰਗੀ ਗੱਲ ਵੀ ਹੈ, ਜੇਕਰ ਵਾਕਈ ਕੋਈ ਨਸ਼ਾ ਕਰਦਾ ਹੈ ਜਾਂ ਫਿਰ ਕੋਈ ਸਮਗਲਿੰਗ ਕਰਦਾ ਤੇ ਉਹਦਾ ਚਲੋ ਜਾਂਚ ਹੋਣੀ ਚਾਹੀਦੀ ਹੈ, ਬਟ ਸੇਮ ਟਾਈਮ ਜੇਕਰ ਤੁਹਾਡੀ ਚੈਟ ਜਿਹੜੀ ਹੈ ਉਹ ਜਨਤਕ ਹੁੰਦੀ ਹੈ, ਉਹਦੇ ਵਿੱਚ ਸਾਫ਼ ਸ਼ੋਅ ਹੋ ਰਿਹਾ ਕਿ ਤੁਸੀਂ ਕਿਵੇਂ ਜਿਹੜਾ ਮੈਂ ਕਹਿੰਦਾ ਕਿ ਜਿਹੜੇ ਅਨਕਨਸਟੀਟਿਊਸ਼ਨਲ ਜਿਹੜੀ ਗੱਲਾਂ ਨੇ ਤੁਸੀਂ ਉਹ ਕੀਤੀਆਂ ਨੇ, ਦੇਸ਼ ਦੇ ਜਵਾਨ 40 ਜਿਹੜੇ ਜਵਾਨ ਸ਼ਹੀਦ ਹੋ ਜਾਂਦੇ ਨੇ, ਤੁਸੀਂ ਉਹਨਾਂ ਉੱਪਰ ਰਾਜਨੀਤੀ ਕਰਦੇ ਹੋ, ਤੁਸੀਂ ਉੱਥੇ ਆਪਣੀ ਮੀਡੀਆ ਦੀ TRP ਦੀ ਗੱਲ ਕਰਦੇ ਹੋ। ਸੋ ਤੁਸੀਂ ਸੇਮ ਸਾਡੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਕਿਸਾਨੀ ਹਮਾਇਤੀ ਨੇ ਜਿਹੜੇ ਉੱਥੇ ਬੈਠੇ ਨੇ, ਤੁਸੀਂ ਉਹਨਾਂ ਨੂੰ ਦੇਸ਼ ਦਰੋਹੀ ਕਹਿੰਦੇ ਹੋ, ਤੁਸੀਂ ਉਹਨਾਂ ਨੂੰ ਖਾਲਿਸਤਾਨੀ ਕਹਿੰਦੇ ਹੋ, ਪਾਕਿਸਤਾਨੀ ਸਪੋਰਟਰ ਕਹਿੰਦੇ ਹੋ। ਹੁਣ ਆਪ ਦੀ ਵਾਰੀ, ਹੁਣ ਕਿੱਥੇ ਗਿਆ ਉਹ ਤੁਹਾਡਾ NIA, ਉਹ ਕਿੱਥੇ
ਕਿੱਥੇ ਕਿ ਤੁਹਾਡੇ ਸਾਰੇ ਬੀਜੇਪੀ ਦੇ ਸਾਰੇ ਜਿਹੜੇ ਲੀਡਰ ਨੇ ਜੋ ਕਿ ਹੱਥ ਧੋ ਕੇ ਪਿੱਛੇ ਪਏ ਹੋਏ ਨੇ ਕਿ ਹਾਂ ਵੀ ਕਿਸਾਨੀ ਅੰਦੋਲਨ 'ਚ ਇਹ ਹੋ ਰਿਹਾ ਉਹ ਹੋ ਰਿਹਾ। ਹੁਣ ਅਰਨਬ ਗੋਸਵਾਮੀ ਵਰੀ ਜੋ ਕਿ ਮੈਂ ਕਿਹਾ ਕਿ ਗੋਦੀ ਮੀਡੀਆ ਵਿੱਚ ਸਭ ਤੋਂ ਉੱਪਰ ਚੱਕਿਆ ਹੋਇਆ ਸਾਡੀ ਮੋਦੀ ਗੌਰਮੈਂਟ ਨੇ, ਹਾਂ ਸਭ ਤੋਂ ਸਾਡਾ ਪਲੇਠਾ ਨਿਆਣਾ ਜਿਹੜਾ ਹੈ ਹਨਾ, ਉਹਨੂੰ ਕੁਝ ਨਹੀਂ ਕਹਿ ਰਹੇ, ਜਦ ਕਿ ਘੁੰਮ ਫਿਰ ਕੇ ਹਰ ਕੋਈ ਕਿਸਾਨੀ ਅੰਦੋਲਨ ਵੱਲ ਦੁਬਾਰੇ ਹੋਈ ਜਾਂਦਾ, ਜਦ ਕਿ ਉਹਨਾਂ ਦੀ ਚੈਟ ਪਿੱਛੇ ਜੀ ਜਿਹੜੀ ਲੀਕ ਹੋਈ ਹੈ ਉਹਨਾਂ ਬਾਰੇ ਕੋਈ ਬਿਆਨ ਨਹੀਂ ਕਰ ਰਿਹਾ। ਦੇਖੋ, ਜਦੋਂ ਅਸੀਂ ਗੋਸਵਾਮੀ ਦੀ ਗੱਲ ਕਰਦੇ ਹਾਂ, ਰਿਪਬਲਿਕ ਟੀਵੀ ਦੇ ਨਾਂ ਜਿਹੜਾ ਆ ਉਹਦੇ ਨਾਲ ਜੁੜ ਕੇ ਆ ਜਾਂਦਾ ਹੈ। ਸੋ ਬਾਰਕ ਦੇ ਜਿਹੜਾ ਇੱਕ ਬਾਰਕ ਐਸੋਸੀਏਸ਼ਨ ਹੈ ਜਿਹੜੀ ਇੱਕ ਚੈੱਕ ਰੱਖਦੀ ਹੈ, ਉਹਦੇ ਉੱਤੇ ਨਾਲ ਉਹਨਾਂ ਦੀ ਜਿਹੜੀ ਚੈਟ ਹੈ ਉਹ ਲੀਕ ਹੁੰਦੀ ਆ। ਮੁੰਬਈ ਪੁਲਿਸ ਕੇਸ ਵੀ ਕਰ ਦਿੰਦੀ ਹੈ ਵੀ ਇਹ TRP ਸਕੈਮ ਵੀ ਕਰਦੇ ਆ। ਹੁਣ ਇੱਕ ਗੱਲ ਇੱਥੇ ਹੋਰ ਵੇਖਣ ਵਾਲੀ ਆ ਕਿ ਪੂਰੇ ਭਾਰਤ ਦੇ ਵਿੱਚ ਜੇ ਅਸੀਂ ਗੱਲ ਕੀਤੀ ਜਾਵੇ ਕਿ ਇੰਗਲਿਸ਼ ਚੈਨਲ ਜਿਹੜੇ ਨੇ ਉਹ ਤਕਰੀਬਨ ਸਾਡੀ ਜਿਹੜੀ ਖਲਕਤ ਹੈ ਉਹ 1% ਦੇਖਦੇ ਨੇ ਲੋਕ, ਔਰ 1% ਜਿਹੜੀ ਹੁੰਦੀ ਆ ਉਹ ਕੁਝ ਵੀ ਨਹੀਂ ਹੁੰਦਾ। ਫਿਰ ਤੁਹਾਡੀ TRP ਜਿਹੜੀ ਹੈ ਉਹ 99%, 86%, 65% ਕਿੱਦਾਂ ਆ ਸਕਦੀ ਹੈ? ਦੇਖੋ, ਜੇ ਕੋਈ 1% ਹੀ ਬੰਦਾ ਦੇਖਦਾ ਆ ਤਾਂ ਫਿਰ ਉਹ ਕੇਸ ਹਿਸਾਬ ਦੇ ਨਾਲ ਆ ਜਾਂਦੀ ਹੈ। ਫਿਰ ਤੁਸੀਂ ਹੁਣ ਸੁਪਰੀਮ ਕੋਰਟ ਦੀ ਵੀ ਗੱਲ ਕੀਤੀ, ਮੈਂ ਪਹਿਲਾਂ ਸੁਪਰੀਮ ਕੋਰਟ ਦੀ ਗੱਲ ਕਰ ਲਾਂ, ਫਿਰ ਮੈਂ TRP ਵਾਲੇ ਕੇਸ ਤੇ ਵੀ ਆਉਣਾ। ਸੁਪਰੀਮ ਕੋਰਟ ਜਦੋਂ ਅਰਨਬ ਗੋਸਵਾਮੀ ਦਾ ਕੇਸ ਹੁੰਦਾ ਆ, ਜਦੋਂ ਇਹਨਾਂ ਦੇ ਉੱਤੇ ਕਿਸੇ ਜਿਹੜਾ ਪਹਿਲਾ ਕੇਸ ਇਹਨਾਂ ਦਾ ਖੁੱਲ੍ਹ ਜਾਂਦਾ ਆ ਕਿ ਇਹਨੇ ਕਿਸੇ ਨੂੰ ਡੈਥ ਦੇ ਲਈ ਯਾਨੀ ਮਰਡਰ ਦੇ ਲਈ ਉਕਸਾਇਆ ਸੀਗਾ, ਕਿਸੇ ਨੂੰ ਆਤਮ ਹੱਤਿਆ ਦੇ ਲਈ ਉਕਸਾਇਆ ਸੀਗਾ, ਉਹ ਵਾਲਾ ਕੇਸ ਆ। ਸੁਪਰੀਮ ਕੋਰਟ ਦੇ ਵਿੱਚ ਨਾ ਪਹਿਲੀ ਗੱਲ ਤਾਂ ਤੁਸੀਂ ਸਿੱਧਾ ਜਾ ਨਹੀਂ ਸਕਦੇ। ਸੁਪਰੀਮ ਕੋਰਟ ਕਹਿੰਦੀ ਆ ਜੀ ਪਹਿਲਾਂ ਤੁਹਾਡੇ ਕੋਲੇ ਹਾਈ ਕੋਰਟ ਹੈਗਾ ਆ, ਉੱਥੇ ਜਾਓ, ਪਹਿਲਾਂ ਸੈਸ਼ਨ ਕੋਰਟ ਆ ਉੱਥੇ ਜਾਓ, ਫਿਰ ਸਾਡੇ ਕੋਲ ਜੋ ਤੁਹਾਡਾ ਨਿਪਟਾਰਾ ਨਹੀਂ ਹੁੰਦਾ। ਹੁਣ ਵੱਡੇ ਸਾਕਾਂ ਦਾ ਹੋਣ ਦਾ ਫਾਇਦਾ ਇਹ ਹੁੰਦਾ ਕਿ ਤੁਸੀਂ ਵੱਡੇ ਵਾਲੀ ਸਾਕ ਵਾਲੀ ਜਿਹੜੀ ਸਿਖਰ ਦੀ ਟਾਹਣੀ ਆ ਉਹਨੂੰ ਹੱਥ ਪਾ ਲੈਂਦੇ ਆ। ਸੁਪਰੀਮ ਕੋਰਟ ਜਿਹੜਾ ਹੈ ਉਹ ਸਿਖਰ ਦੀ ਟਾਹਣੀ ਆ ਔਰ ਅਰਨਬ ਗੋਸਵਾਮੀ ਨੇ ਉਹਨੂੰ ਹੱਥ ਪਾ ਲਿਆ। ਫਿਰ ਸੁਪਰੀਮ ਕੋਰਟ ਦੀ ਸੁਣਵਾਈ ਦਾ ਇੱਕ ਪਹਿਲਾਂ ਇਹ ਹੁੰਦਾ ਸੀ ਕਿ ਲੋਟਰੀ ਸਿਸਟਮ ਹੁੰਦਾ ਸੀਗਾ ਵੀ ਕਿਹੜੀਆਂ ਇੱਕ ਦਿਨ 'ਚ ਸੁਣਵਾਈਆਂ ਹੋਣੀਆਂ ਉਹ ਸਾਰੀਆਂ ਚਿੱਟ 'ਚ ਪਾ ਦੇਣੀਆਂ, ਫਿਰ ਲੋਟਰੀ ਨਿਕਲ ਜਾਣੀ ਤੇ ਜਿਹਦੀ ਵਾਰੀ ਆ ਜਾਣੀ ਉਹਨੂੰ ਬੁਲਾਈ ਜਾਣਾ। ਹੁਣ ਇਹ ਲੋਟਰੀ ਸਿਸਟਮ ਕੰਪਿਊਟਰਾਈਜ਼ ਸਿਸਟਮ ਹੋ ਗਿਆ ਕਿ ਜਿੰਨੇ ਕੇਸ ਇੱਕ ਦਿਨ 'ਚ ਸੁਣਨੇ ਆ ਜਿਹੜੇ ਸਾਡੇ ਸੁਪਰੀਮ ਕੋਰਟ ਦੀ ਬੈਂਚ ਨੇ ਉਹ ਲੋਟਰੀ ਹੋ ਜਾਂਦੀ ਹੈ। ਉਹਦੇ ਨਾਲ ਤੁਹਾਡਾ ਇੱਕ ਸਕੈਡਿਊਲ ਹੋ ਜਾਂਦਾ ਕਿ ਤੁਹਾਡਾ ਜਿਹੜਾ ਆ ਕੇਸ ਇਸ ਤਰੀਕੇ ਨਾਲ ਹੋ ਜਾਣਾ। ਉਹ ਲੋਟਰੀ ਜਿਹੜੀ ਆ ਉਹ ਮਹੀਨਿਆਂ ਬਾਅਦ ਸਾਲ ਬਾਅਦ ਵੀ ਤੁਹਾਡਾ ਕੇਸ ਪਿਆ ਹੁੰਦਾ ਆ, ਕਿਉਂਕਿ ਕੇਸਿਸ ਬਹੁਤ ਨੇ ਸੁਪਰੀਮ ਕੋਰਟ ਦੇ ਕੋਲ। ਸੁਪਰੀਮ ਕੋਰਟ ਦੇ ਕੋਲ ਇੰਨੇ ਕੇਸਿਸ ਹੋਣੇ ਤੇ ਅਰਨਬ ਗੋਸਵਾਮੀ ਦਾ ਕੇਸ ਉਹਨਾਂ ਨੇ ਪਹਿਲੀ ਪੇਸ਼ੀ ਦੇ ਵਿੱਚ ਪਹਿਲੀ ਫੁਰਸਤ ਦੇ ਵਿੱਚ ਕੱਢ ਦੇਣਾ। ਇਹ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਗੰਢਾਂ ਸੱਟਾਂ ਕਿੱਥੇ ਹੋਈਆਂ ਆਮ ਬੰਦਾ ਤੁਸੀਂ ਤੁਹਾਡਾ ਕੋਈ ਕੇਸ ਹੋਵੇ ਤੁਸੀਂ ਸੁਪਰੀਮ ਕੋਰਟ 'ਚ ਲੈ ਜਾਓ, ਤੁਹਾਨੂੰ ਤਾਂ 3-4 ਸਾਲ ਐਂ ਹੀ ਲੱਗ ਜਾਣੇ, ਤੁਹਾਡੀ ਵਾਰੀ ਨਹੀਂ ਆਉਣੀ। ਸੋ ਕਿਤੇ ਨਾ ਕਿਤੇ ਇਹ ਸੁਪਰੀਮ ਕੋਰਟ ਜਿਹੜਾ ਹੈ ਇੱਕ ਤਰੀਕੇ ਨਾਲ ਆਪਣੀ ਸਾਖ ਜਿਹੜੀ ਹੈ ਇਹਨਾਂ ਕਾਰਨਾਂ ਕਰਕੇ ਹੀ ਖੋਂਦਾ ਹੈ। ਔਰ ਕਿਸਾਨਾਂ ਨੇ ਵੀ ਤਾਂ ਹੀ ਕਿਹਾ ਵੀ ਬਈ ਅਸੀਂ ਕਮੇਟੀ ਦੇ ਮੂਹਰੇ ਨਹੀਂ ਜਾਣਾ, ਕਿਉਂਕਿ ਇਹ ਸਾਡਾ ਸਰਕਾਰ ਦੇ ਨਾਲ ਨਿੱਠ ਕੇ ਹੋਇਆ ਹੈ ਮੁਕਾਬਲਾ ਆ। ਸਰਕਾਰ ਗੱਲਬਾਤ ਕਰਨ ਡਈ, ਅਸੀਂ ਗੱਲਬਾਤ ਕਰਨ ਡਏ ਆ, ਤਾਂ ਅਸੀਂ ਸੁਪਰੀਮ ਕੋਰਟ ਕੋਲੇ ਜਾਈਏ ਜੇ ਕੋਈ ਗੱਲਬਾਤ ਤੋਂ ਭੱਜਦਾ ਹੋਵੇ। ਹੁਣ ਅਰਨਬ ਗੋਸਵਾਮੀ ਦੇ ਜਿਹੜਾ TRP ਸਕੈਮ ਹੈ ਉਹਦੇ ਵਿੱਚ ਜਿਹੜੀ ਮੁੰਬਈ ਪੁਲਿਸ ਉਹਨੇ ਵੀ ਕਹਿ ਦਿੱਤਾ ਕਿ ਬਈ ਅਸੀਂ ਤਾਂ ਮੀਟਰ ਵੀ ਫੜੇ ਆ, ਬਹੁਤ ਘਰਾਂ ਦੇ ਵਿੱਚ ਮੀਟਰ ਲਾਏ ਸੀ, ਉਹਨਾਂ ਨੂੰ ਪੈਸੇ ਦਿੰਦੇ ਸੀਗੇ ਵੀ ਤੁਸੀਂ ਚੈਨਲ ਚਾਹੇ ਦੇਖੋ ਨਾ ਦੇਖੋ ਪਰ ਇਹਨੂੰ ਔਨ ਕਰਕੇ ਰੱਖਿਆ ਕਰੋ, ਸਾਡੀ ਰੇਟਿੰਗ ਜਿਹੜੀ ਆ ਉਹ ਵੱਧ ਜਾਵੇ। ਸੋ ਕਿਤੇ ਨਾ ਕਿਤੇ ਜਦੋਂ ਤੁਸੀਂ ਕਹਿੰਦੇ ਹੋ ਤੁਹਾਡੀਆਂ ਗੰਢਾਂ ਸੱਠਾਂ ਜਿਹੜੀਆਂ ਨੇ ਸਰਕਾਰਾਂ ਨਾਲ ਹੁੰਦੀਆਂ, ਚਾਹੇ ਉਹ ਕੰਗਣਾ ਰਣੌਤ ਹੈ, ਕੰਗਣਾ ਰਣੌਤ ਦਾ ਜਿਹੜਾ ਕੇਸ ਹੁੰਦਾ ਆ ਤਾਂ ਉਹਦੇ ਖਿਲਾਫ ਕੋਈ ਅਫਸਰ ਜਿਹੜਾ ਹੈ ਉਹ ਬੋਲਣਾ ਸ਼ੁਰੂ ਕਰ ਦਿੰਦਾ ਹੈ। ਅਗਲਿਆਂ ਨੇ ਉਹਦੀ ਵੀ ED ਦੀ ਫਾਈਲ ਖਲਵਾ ਲਈ, ਕਹਿੰਦੇ ਜੀ ਤੁਸੀਂ ਤੂੰ ਕਿ ਤੇਰੀ ਘਰ ਵਾਲੀ ਨੂੰ ਵੀ ਅਸੀਂ ED ਦੇ ਆਫਿਸ ਸੱਦਾਂਗੇ। ਉਹ ਕਹਿੰਦਾ ਵੀ ਜੇ ਇਹਨਾਂ ਨੂੰ ਨਹੀਂ ਹੈਗਾ ਡੈਮੋਕ੍ਰੇਸੀ ਦਾ ਵੀ ਮੈਨੂੰ ਜ਼ਿਆਦਾ ਡੈਮੋਕ੍ਰੇਸੀ ਦਾ, ਮੈਂ ਤਾਂ ਮੇਰੀ ਘਰ ਵਾਲੀ ਤੇ ਆਰਾਮ ਨਾਲ ਰਵਾਂਗੇ, ਉਹਨੇ ਹੱਥ ਜੋੜ ਦਿੱਤੇ। ਸੋ ਇੱਦਾਂ ਦੇ ਲੋਕਾਂ ਜਿਹੜੇ ਇਹ ED ਹੈ ਜਾਂ ਨੈਸ਼ਨਲ ਕੋਈ ਵੀ ਇਨਵੈਸਟੀਗੇਸ਼ਨ ਏਜੰਸੀਆਂ ਨੇ ਅੱਜ ਕੱਲ੍ਹ ਮੈਨੂੰ ਲੱਗਦਾ ਸਰਕਾਰ ਨੇ ਇਸ ਕਰਕੇ ਰੱਖੀਆਂ ਕਿ ਬਸ ਅਸੀਂ ਆਪਣੀ ਉਂਗਲੀ ਨਾਲ ਜਿਹੜਾ ਹੈ ਇੱਕ ਘੇ ਕੱਢ ਲਈਏ, ਜੇ ਇਦਾਂ ਨਹੀਂ ਨਿਕਲਦਾ ਤਾਂ ਫਿਰ ਇਹਨਾਂ ਨੂੰ ਵਿੱਚ ਪਾ ਕੇ ਅਸੀਂ ਘੇ ਕੱਢ ਲਾਂਗੇ ਜੀ। ਸੋ ਬੇਸਿਕਲੀ ਖੈਰਾ ਸਾਹਿਬ ਗੱਲ ਕੀਤੀ ਜਾਵੇ ਤਾਂ ਸਰਕਾਰ ਜਿਹੜੀ ਹੈ ਆਪਣੇ ਅਲੱਗ-ਅਲੱਗ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਜ਼ਰੀਏ ਆਮ ਵਿਅਕਤੀ ਨੂੰ ਡਰਾਉਣਾ ਚਾਹੁੰਦੀ ਹੈ ਕਿ ਹਾਂ ਬਈ ਜੇਕਰ ਤੁਸੀਂ ਆਪਣੀ ਆਵਾਜ਼ ਚੁੱਕਦੇ ਹੋ ਤਾਂ ਸਾਡੇ ਕੋਲ ਬਹੁਤ ਹੱਥਕੰਡੇ ਨੇ, ਕਿਉਂਕਿ ਹਰ ਕੋਈ ਜਿਹੜਾ ਇਨਸਾਨ ਹੈ ਉਹ ਮੈਂ ਕਹਿੰਦਾ ਕਿਤੇ ਨਾ ਕਿਤੇ ਉਹਨੇ ਕੁਝ ਇਹੋ ਜਿਹੇ ਕੰਮ ਕੀਤੇ ਹੋਏ ਨੇ ਕਿ ਹਾਂ ਵੀ ਉਹਨੇ ਡਰ ਜਾ ਰਹਿੰਦਾ। ਸੋ ਉਹਨਾਂ ਨੂੰ ਹੋਰ ਬਹੁਤਾ ਡਰਾ ਕੇ ਜਾਂ ਹੋਰ ਉਹਨਾਂ ਦੇ ਮਾੜੇ ਪ੍ਰਭਾਵ ਦਿਖਾ ਕੇ ਕਿ ਹਾਂ ਵੀ ਅਸੀਂ ਕੀ ਕੁਝ ਕਰ ਸਕਦੇ ਹਾਂ, ਲੋਕਾਂ ਨੂੰ ਡਰਾਇਆ ਜਾ ਰਿਹਾ ਤੇ ਲੋਕਾਂ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ। ਹੁਣ ਅੱਜ ਕੱਲ੍ਹ ਇਹ ਨਵੀਂ ਪਰਿਭਾਸ਼ਾ ਹੈ ਨਵੇਂ ਲੋਕਤੰਤਰ ਦੀ। ਵਾਕਈ ਇਹਦੇ ਵਿੱਚ ਤੁਸੀਂ ਹੁਣ ਲੈ ਲਓ ਕਿ ਓਪੋਜੀਸ਼ਨ ਦਾ ਕਿਤੇ ਗੁੰਗੀ ਤਾਂ ਨਹੀਂ ਹੈਗੀ। ਰੋਬਰਟ ਵਾਡਰਾ ਉਹਨੂੰ ਤਾਂ ਜਵਾਈ ਆ, ਉਹਦਾ ਆਏ ਦਿਨ ਉਹ ਕੇਸ ਖੋਲ੍ਹ ਦਿੰਦੇ ਨੇ। ਉਹ ਕਹਿੰਦੇ ਭਾਈ ਜੇ ਸਾਨੂੰ ਤੰਗ ਕਰਨਾ ਤਾਂ ਫਿਰ ਅਸੀਂ ਤੁਹਾਨੂੰ ਤੰਗ ਕਰਨ ਦੇ ਲਈ ਆ ਬੈਠੇ ਹਾਂ। ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਤਾਂ ਚਲੋ ਸਭ ਨੂੰ ਪ੍ਰਤੱਖ ਹੈ। ਦੂਸਰਾ ਜੇ ਹੁਣ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਗੱਲ ਕਰ ਦਈਏ ਤਾਂ ਉਹੀ ਜਿਆਣੀ ਸਾਹਿਬ ਜਿਹੜੇ ਬੜੇ ਖਬਰਾਂ 'ਚ ਰਹੇ ਨੇ, ਕਹਿੰਦੇ ਜੀ ਤੁਸੀਂ ਜੇ ਸਿੰਘੂ ਬਾਰਡਰ ਤੇ ਜਾਓ ਜਾਂ ਕਿਸੇ ਵੀ ਦਿੱਲੀ ਦੇ ਬਾਰਡਰ ਤੇ ਜਾਓ ਤਾਂ ਤੁਹਾਨੂੰ ਥੋੜ੍ਹੇ ਜਿਹੇ ਲੋਕ ਬੜੇ ਮਸ਼ਹੂਰ ਮਿਲਦੇ ਆ ਉੱਥੇ। ਉਹਨਾਂ ਦੇ ਵਿੱਚੋਂ ਇੱਕ ਹਰਜੀਤ ਗਰੇਵਾਲ ਆ, ਦੂਸਰਾ ਸੁਰਜੀਤ ਕੁਮਾਰ ਜਿਆਣੀ ਆ, ਤੇ ਤੀਸਰੀ ਜਿਹੜੀ ਬੀਬੀ ਆ ਕੰਗਣਾ ਰਣੌਤ ਹੈ, ਤੇ ਚੌਥਾ ਜਿਹੜਾ ਹੈ ਸਾਡਾ ਮਾਣਯੋਗ ਪ੍ਰਧਾਨ ਮੰਤਰੀ ਸਰਪੰਚ ਸਾਹਿਬ ਸਾਡੇ ਮੋਦੀ ਸਾਹਿਬ। ਇਹ 4 ਲੋਕ ਉੱਥੇ ਕਹਿੰਦੇ ਜੀ ਬੜੇ ਫੇਮਸ ਲੋਕ ਨੇ, ਇਹਨਾਂ ਦਾ ਬਹੁਤ ਇੱਜ਼ਤ ਮਾਣ ਹੁੰਦਾ ਆ, ਹਰ ਕੋਈ ਇਹਨਾਂ ਬਾਰੇ ਗੱਲਬਾਤ ਕਰਦਾ ਆ।
ਤਾਂ ਸੁਰਜੀਤ ਕੁਮਾਰ ਜਿਆਣੀ ਕਹਿੰਦੇ ਆ, ਜਦੋਂ NI ਦੀ ਜਿਹੜੇ ਸਾਹਮਣ ਆਉਂਦੇ ਨੇ, NI ਦੀ ਜਿਹੜੇ ਇੱਕ ਸੱਦਾ ਆਉਂਦਾ ਆ, ਤੇ ਉਹ ਕਹਿੰਦੇ ਜੀ ਕੋਈ ਨਾ, ਉੱਥੇ ਵੀ ਤਾਂ ਆਪਣੇ ਹੀ ਬੱਚੇ ਆ, ਜਾਇਓ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਆਓ। ਤੇ ਇਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਇੱਥੇ 54 ਦਿਨਾਂ ਤੋਂ ਬੈਠੇ ਆ, ਉਹ ਕਿਸੇ ਮਾਂ ਦੇ ਬੱਚੇ ਨਹੀਂ ਗੇ, ਉਹ ਤੁਹਾਡੇ ਬੱਚੇ ਨਹੀਂ ਹੈਗੇ, ਉਹ ਕਿਤੇ ਸਿੱਟੇ ਹੋਏ ਬੱਚੇ ਆ। ਸੋ ਕਿਤੇ ਨਾ ਕਿਤੇ ਇਹ ਸਮਝਣਾ ਗੱਲ ਹੈ। ਇਹ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਤੁਸੀਂ ਇੱਕ ਦਿਨ ਗੱਲ ਕਹਿ ਰਹੇ ਸੀ ਕਿ ਕਰੋਨਾ ਦੀ ਜਿਹੜੀ ਦਵਾਈ ਆ, ਜਿਹੜੀ ਬਾਇਓਟੈਕ ਨੇ ਬਣਾਈ ਆ ਕੋਵੈਕਸਿਨ, ਉਹਨੂੰ ਕੋਈ ਜਿਹੜਾ DCG ਦਾ ਜਿਹੜਾ ਮੈਂਬਰ ਆ ਉਹ ਕਹਿੰਦਾ ਕਿ ਬਈ ਇਹ ਦਵਾਈ ਤਾਂ ਜਿਹੜੀ 200% ਹੈ ਉਹ ਕਾਰਗਰ ਹੈ। ਸੋ ਹੁਣ ਇਹਨਾਂ ਨੇ ਪਤਾ ਨਹੀਂ ਕਿਹੜੇ ਮਿਕਦਾਰ ਨਾਲ 200% ਦੇਖੀ ਹੋਣੀ ਹੈ ਤੇ 200% ਜਿਹੜੀ ਕਿੱਦਾਂ ਨਿਕਲ ਕੇ ਆਈ ਹੋਣੀ ਆ। ਸੋ ਗੱਲਾਂ ਬਾਤਾਂ ਦੇ ਇਹਨਾਂ ਦੇ ਕੋਈ ਸਿਰ ਪੈਰ ਨਹੀਂ ਹੈਗੇ। ਸੋ ਖੈਰ ਸਾਹਿਬ, ਤੁਸੀਂ ਹੁਣ ਗੱਲ ਕੀਤੀ ਸੁਰਜੀਤ ਸਿੰਘ ਜਿਆਣੀ ਹੋਣਾ ਦੀ, ਇੱਕ ਹੋਰ ਨਾਮ ਮੈਂ ਲੈ ਲਵਾਂ ਜੋ ਕਿ ਪੰਜਾਬ ਦੇ ਨਾਲ ਐਸੋਸੀਏਟ ਨੇ, ਐਂਡ ਇਸ ਮੁੱਦੇ ਦੇ ਉੱਪਰ ਮੈਂ ਕਹਿੰਦਾ ਕਾਫੀ ਦੇਰ ਬਾਅਦ ਭਾਵੇਂ ਬੋਲੇ ਨੇ, ਬਟ ਹਾਂ ਬੋਲੇ ਜ਼ਰੂਰ ਨੇ। ਮੈਂ ਗੱਲ ਕਰ ਰਿਹਾ ਹੇਮਾ ਮਾਲਿਨੀ ਜੀ, ਠੀਕ ਹੈ। ਉਹ ਕਹਿੰਦੇ ਨੇ ਕਿ ਬਈ ਉਹਨਾਂ ਨੇ ਸੇਮ ਬਿਆਨ ਕੀਤਾ ਜੋ ਕਿ ਜਿਹੜੇ ਕੇਂਦਰ ਸਰਕਾਰ ਦੇ ਕਾਫੀ ਸਾਰੇ ਨੁਮਾਇੰਦੇ ਜਿਹੜੇ ਨੇ ਬੜੀ ਵਾਰੀ ਕਹਿ ਚੁੱਕੇ ਨੇ ਕਿ ਬਈ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹ ਤਾਂ ਭੋਲੇ ਨੇ, ਉਹਨਾਂ ਨੂੰ ਨਹੀਂ ਗੱਲਾਂ ਪਤਾ, ਉਹਨਾਂ ਨੂੰ ਅਸਲ ਮੁੱਦੇ ਹੀ ਨਹੀਂ ਪਤਾ। ਕਹਿੰਦੇ ਉਹ ਤਾਂ ਬਸ ਐਵੇਂ ਗੁੰਮਰਾਹ ਕੀਤੇ ਹੋਏ ਨੇ ਪੋਲੀਟੀਕਲ ਪਾਰਟੀਆਂ ਦੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਤਿੰਨ ਜਿਹੜੇ ਖੇਤੀਬਾੜੀ ਜਿਹੜੇ ਕਾਨੂੰਨ ਨੇ ਉਹ ਕਿੰਨੇ ਚੰਗੇ ਨੇ, ਕਿੰਨਾ ਫਾਇਦਾ ਹੋਏਗਾ ਉਹਨਾਂ ਨੂੰ। ਸੋ ਹਾਰ ਕੇ ਹੁਣ ਕਿਸਾਨਾਂ ਨੇ ਉਹਨਾਂ ਦੇ ਇੱਕ ਖੁੱਲ੍ਹਾ ਪੱਤਰ ਲਿਖਿਆ ਕਿ ਹੇਮਾ ਮਾਲਿਨੀ ਜੀ, ਅਸੀਂ ਨਾ ਤੁਹਾਡੀ ਨਾ 5 ਸਟਾਰ ਦੇ ਵਿੱਚ ਨਾ ਇੱਕ ਹੋਟਲ ਦੀ ਬੁਕਿੰਗ ਵੀ ਕਰ ਦਿੱਤੀ ਆ, ਤੁਸੀਂ ਜਿੱਥੋਂ ਦੇ ਵੀ ਰਹਿਣ ਵਾਲੇ ਹੋ ਉੱਥੋਂ ਦੀ ਤੁਹਾਨੂੰ ਸਿੱਧਾ ਫਲਾਈਟ ਵੀ ਬੁੱਕ ਕਰ ਦਿੰਦੇ ਆ। ਤੁਸੀਂ ਨਾ ਇੱਕ ਵਾਰੀ ਸਾਡੇ ਸਿੰਘੂ ਬਾਰਡਰ ਤੇ ਆਓ ਤੇ ਸਾਨੂੰ ਨਾ ਅੱਧਾ 1 ਘੰਟਾ 1-2 ਘੰਟਾ ਲਾ ਕੇ ਸਾਨੂੰ ਨਾ ਜਿਹੜੇ ਬਿੱਲ ਜਿਹੜੇ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਏ ਨੇ, ਤੁਸੀਂ ਸਾਨੂੰ ਆ ਕੇ ਸਮਝਾ ਦਿਓ ਕਿ ਹਾਂ ਵੀ ਸ਼ਾਇਦ ਅਸੀਂ ਪਾਗਲ ਆ। ਪਿਛਲੇ 54 ਦਿਨਾਂ ਤੋਂ ਦਿੱਲੀ ਤੇ ਉਸ ਤੋਂ ਪਹਿਲਾਂ 2 ਮਹੀਨਿਆਂ ਤੋਂ ਪੰਜਾਬ ਦੇ ਵਿੱਚ ਬੈਠੇ ਹੋਏ ਆ, ਯਾਨੀ ਕਿ ਲਗਭਗ 4 ਮਹੀਨੇ ਹੋ ਗਏ ਕਹਿੰਦੇ ਅਸੀਂ ਬੈਠੇ ਆ, ਸ਼ਾਇਦ ਸਾਨੂੰ ਹੀ ਸਮਝ ਨਹੀਂ ਆਏ, ਤੁਸੀਂ ਆਹ ਪੈਸੇ ਅਸੀਂ ਖਰਚ ਦਿੰਦੇ ਆ ਤੇ ਤੁਸੀਂ ਪਲੀਜ਼ ਸਾਨੂੰ ਆ ਕੇ ਸਾਨੂੰ ਸਮਝਾ ਦਿਓ। ਸੋ ਵਾਕਈ ਮਤਲਬ ਤੁਸੀਂ ਅਗਰ ਲੀਡਰ ਹੋ, ਤੁਸੀਂ ਕਿਸੇ ਨੂੰ ਅਗਰ ਲੋਕਾਂ ਦੀ ਆਵਾਜ਼ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਤੁਸੀਂ ਕੁਝ ਵੀ ਬੋਲ ਲਵੋਗੇ। ਸੇਮ ਐਂਡ ਦੇ ਮੁੰਡੇ ਜਿਹੜੇ ਨੇ ਹਨਾ, ਜਿਹਨਾਂ ਦਾ 2.5 ਕਿਲੋ ਦਾ ਹੱਥ ਬੜਾ ਫੇਮਸ ਸੀਗਾ, ਮੈਂ ਕਹਿੰਦਾ 2.5 ਕਿਲੋ ਦਾ ਹੱਥ ਪਤਾ ਨਹੀਂ ਕੀ ਕੁਝ ਕੀਤਾ ਉਹਨਾਂ ਨੇ, ਇੱਕ ਵਾਰੀ ਵੀ ਆ ਕੇ ਉਹਨਾਂ ਨੇ ਕਿਸਾਨਾਂ ਦੇ ਲਈ ਕੋਈ ਆਪਣਾ ਬਿਆਨ ਨਹੀਂ ਦਿੱਤਾ, ਠੀਕ ਹੈ। ਬੈਠੇ ਬਿਠਾਏ ਉਹਨਾਂ ਨੂੰ ਕਰੋਨਾ ਹੋ ਜਾਂਦਾ ਤੇ ਮਤਲਬ ਸਾਈਡ ਲਾਈਨ ਕਰ ਲੈਂਦੇ ਆਪਣੇ ਆਪ ਨੂੰ, ਕੋਈ ਵੀ ਲਾਈਮਲਾਈਟ ਵਿੱਚ ਕੋਈ ਗੱਲ ਨਹੀਂ ਕਰਦੇ, ਕੋਈ ਕੁਝ ਬੋਲਦੇ ਨਹੀਂ ਹੈ। ਸੋ ਤੁਸੀਂ ਪੰਜਾਬ ਦੇ ਜਾਏ ਹੋ, ਤੁਸੀਂ ਪੰਜਾਬ ਦੇ ਜੰਮੇ ਪਲੇ ਹੋ, ਪੰਜਾਬ ਦਾ ਨਾਮ ਲੈ ਕੇ, ਪੰਜਾਬ ਦੀ ਤੁਸੀਂ ਆਈਡੈਂਟੀਟੀ ਨੂੰ ਲੈ ਕੇ ਆਪਣਾ ਬਾਲੀਵੁੱਡ ਕੀ ਹਾਲੀਵੁੱਡ ਵਿੱਚ ਤੁਸੀਂ ਆਪਣਾ ਨਾਮ ਖੱਟਿਆ, ਪਰ ਤੁਸੀਂ ਉਸ ਧਰਤੀ ਨੂੰ ਜਦੋਂ ਜਵਾਬ ਦੇਣ ਦੀ ਗੱਲ ਆਈ, ਤੁਸੀਂ ਉਹਨਾਂ ਨੂੰ ਕੁਝ ਕਰਜ਼ਾ ਮੋੜਨਾ ਹੈ। ਵੈਸੇ ਤਾਂ ਪੂਰੀ ਜ਼ਿੰਦਗੀ ਅਸੀਂ ਕਰਜ਼ਾ ਨਹੀਂ ਮੋੜ ਸਕਦੇ ਆਪਣੇ ਪੰਜਾਬ ਦਾ, ਪਰ ਅਗਰ ਤੁਹਾਨੂੰ ਸੀਟ ਦਿੱਤੀ ਹੈ, ਤੁਸੀਂ ਉੱਥੋਂ ਜਿੱਤ ਕੇ ਤੁਸੀਂ ਇੱਕ ਨੁਮਾਇੰਦੇ ਬਣੇ ਹੋ, ਤੁਸੀਂ ਲੋਕਾਂ ਦੀ ਆਵਾਜ਼ ਬਣੇ ਹੋ, ਤੁਸੀਂ ਕੀ ਕੀਤਾ ਆਪਣੇ ਪੰਜਾਬ ਦੇ ਲਈ? ਦੇਖੋ, ਪਹਿਲਾਂ ਤਾਂ ਇਹ ਗੱਲ ਦੇਖਣੀ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੇ ਕਲਾਕਾਰ ਹੁੰਦੇ ਨੇ, ਸ਼ਾਇਦ ਕਿਤੇ ਨਾ ਕਿਤੇ ਥੋੜ੍ਹੇ ਲੋਕ ਹੁੰਦੇ ਨੇ ਜਿਹੜੇ ਅਸਾਸੀ ਹੁੰਦੇ ਨੇ। ਇਹ ਕਿਤੇ ਨਾ ਕਿਤੇ ਅਸੀਂ ਕਹਿ ਲਈਏ ਕਿ ਪੋਲੀਟੀਕਲ ਮੋਟੀਵੇਟਡ ਹੁੰਦੇ ਨੇ। ਹੁਣ ਬੀਬੀ ਨੂੰ ਕੀ ਪਤਾ, ਜੇ ਪਤਾ ਹੋਵੇ ਤਾਂ ਕਦੀ ਰਾਜ ਸਭਾ 'ਚ ਨਾ ਬੋਲੇ। ਇਹ ਰਾਜ ਸਭਾ ਦੇ ਵਿੱਚ ਤਾਂ ਕਦੀ ਕਿਸੇ ਮੁੱਦੇ ਦੇ ਵਿੱਚ ਬਹਿਸ ਵਿਸਾ ਦੇ ਲਈ ਨਹੀਂ ਆਈਆਂ। ਇੱਕ ਬਿਆਨ ਹੁੰਦਾ ਹੈ ਹੇਮਾ ਮਾਲਿਨੀ ਦਾ, ਉਹ ਕਹਿੰਦੀ ਕਿ ਜਿਹੜੇ ਕਿਸਾਨ ਕਰ ਰਹੇ ਨੇ ਸੰਘਰਸ਼, ਇਹਨਾਂ ਨੂੰ ਇਹ ਨਹੀਂ ਪਤਾ ਇਹ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਹੈ ਕਿ ਇਹ ਕਾਹਦੇ ਲਈ ਸੰਘਰਸ਼ ਕਰ ਰਹੇ ਨੇ ਜੀ। ਸੋ ਜਿੱਦਾਂ ਤੁਸੀਂ ਕਿਹਾ ਕਿ ਬੜੇ ਲੋਕ ਨੇ, ਇਹ ਐਵੇਂ ਨਹੀਂ ਸੰਘਰਸ਼ ਆ ਗਏ, ਔਰ ਇਹ ਉਹ ਲੋਕ ਨੇ ਜਿਹੜੇ ਟਰੈਕਟਰ ਤੋਂ ਟਵਿੱਟਰ ਤੱਕ ਆ ਗਏ ਨੇ, ਟਰੈਕਟਰ ਤੋਂ ਟਰੋਲੀ ਟਾਈਮਸ ਤੱਕ ਆ ਗਏ ਨੇ। ਆਪਣੀਆਂ ਕਈਆਂ ਤੋਂ ਇਹਨਾਂ ਨੇ IT ਸੈੱਲ ਵਰਗੇ ਜਿਹੜੇ ਇੱਕ ਮਹਾਨ ਕਾਰਜ ਵੀ ਕਰ ਦਿੱਤੇ ਨੇ। ਤੋ ਆਪਾਂ ਜਦੋਂ ਗਵਰਨਮੈਂਟ ਦੇ ਨਾਲ ਇਹਨਾਂ ਦੀ ਗੱਲਬਾਤ ਦੇਖਦੇ ਆ ਨਾ, ਤੇ ਉਹ ਇੰਨੇ ਨਿਰਸ਼ਬਦ ਕਰਦੇ ਨੇ ਗਵਰਨਮੈਂਟ ਨੂੰ, ਦੱਸਦੇ ਨੇ ਕਿ ਆਹ ਪੱਲੇ ਪੁਆਇੰਟ ਤੇ ਸਾਡੇ ਨਾਲ ਗੱਲ ਕਰੋ। ਸੋ ਇਹ ਉਹ ਲੋਕ ਨੇ। ਸੋ ਹੇਮਾ ਮਾਲਿਨੀ ਨੂੰ ਪਹਿਲਾਂ ਪੁੱਛ ਲੈਣਾ ਚਾਹੀਦਾ ਸੀ ਆਪਣੀ PR ਟੀਮ ਨੂੰ ਕਿ ਬਈ ਕਿੰਨੀਆਂ ਮੀਟਿੰਗਾਂ ਹੋ ਗਈਆਂ ਨੇ, ਕਿ ਸਾਡੇ ਲੋਕਾਂ ਨੂੰ ਜਿਹੜਾ ਹੈ ਕੁਝ ਪਤਾ ਵੀ ਆ। ਸੋ ਇਹ ਕਿਤੇ ਨਾ ਕਿਤੇ ਇਹਨਾਂ ਕੋਲ ਸਟੇਟਮੈਂਟ ਆਉਂਦੀ ਹੈ, ਉਹਦੇ 'ਤੇ ਐਕਟ ਕਰਨਾ ਜਾਣਦੇ ਨੇ। ਦੁੱਖ ਤਾਂ ਉਦੋਂ ਲੱਗਦਾ ਹੈ ਕਿ ਜਦੋਂ ਤੁਹਾਡੀ ਧਰਤੀ ਦਾ ਜਾਇਆ। ਹੁਣ ਤੁਸੀਂ ਕਿਹਾ ਕਿ ਸਨੀ ਦਿਓਲ ਹੈ, ਉਹ ਪੰਜਾਬ 'ਚ ਜੰਮੇ ਪਲੇ ਆ, ਤੁਹਾਡੇ 'ਚੋਂ ਇੱਦਾਂ ਨਿਕਲ ਗਿਆ, ਪਰ ਸਨੀ ਦਿਓਲ ਤਾਂ ਨਹੀਂ, ਪਰ ਧਰਮਿੰਦਰ ਤਾਂ ਇੱਥੇ ਤਾਂ ਜੰਮਿਆ ਪਲਿਆ ਆ। ਚਲੋ ਸਨੀ ਦਿਓਲ ਦਾ ਅਸੀਂ ਕਹਿੰਦੇ ਹਾਂ ਕਿ ਫਿਰ ਵੀ ਬੰਬੇ ਦੀ ਹਵਾ ਲੱਗ ਗਈ ਹੈ, ਉੱਥੇ ਦਾ ਉਹਦਾ ਜੰਮਪਲ ਹੈ, ਪਰ ਤੁਸੀਂ ਆਪਦੀ ਮਾਂ ਦਾ ਦੇਣ ਕਦੇ ਨਹੀਂ ਦੇ ਸਕਦੇ। ਔਰ ਮਾਂ ਜਿੰਨੀ ਪਿਆਰੀ ਤੁਹਾਨੂੰ ਤੁਹਾਡੀ ਮਾਂ ਬੋਲੀ ਤੇ ਮਾਂ ਧਰਤੀ ਹੁੰਦੀ ਹੈ। ਸੋ ਪੰਜਾਬ ਤੇ ਇੱਕ ਇੱਦਾਂ ਦੀ ਧਰਤੀ ਹੈ ਜਿਹੜੀ ਤੁਹਾਨੂੰ ਹਮੇਸ਼ਾ ਤੁਹਾਡੇ ਸੁਪਨਿਆਂ ਦੇ ਵਿੱਚ ਜਦੋਂ ਆਉਂਦੀ ਹੈ ਤਾਂ ਤੁਸੀਂ ਐਡੇ ਸਰਾਬੋਰ ਹੋ ਕੇ ਉੱਠਦੇ ਹੋ, ਤੁਹਾਨੂੰ ਲੱਗਦਾ ਕਿ ਨਹੀਂ, ਇਹ ਉਹ ਧਰਤੀ ਹੈ ਜਿਹੜੀ ਜੰਨਤ ਹੈ। ਤਾਂ ਜਦੋਂ ਤੁਸੀਂ ਉੱਥੇ ਤੇ ਜਾਏ ਹੋ ਨਾ, ਤਾਂ ਤੁਹਾਡਾ ਮੋਹ ਆਪਣੇ ਆਪ ਹੀ ਆਉਂਦਾ ਹੈ। ਸੋ ਦੁੱਖ ਲੱਗਦਾ ਕਿ ਜਦੋਂ ਤੁਸੀਂ ਉਸ ਕਲੇਮ ਕਰਦੇ ਰਹਿੰਦੇ ਹੋ ਨੈਸ਼ਨਲ ਮੀਡੀਆ ਦੇ ਵਿੱਚ ਰਹਿ ਕੇ ਕਿ ਬਈ ਮੈਂ ਪੰਜਾਬ ਦਾ ਆ, ਪੰਜਾਬ ਤੋਂ ਆਇਆ, ਪੰਜਾਬੀ ਆ, ਔਰ ਤੁਹਾਡੀ ਹਰ ਦੂਸਰੀ ਫਿਲਮ ਦਾ ਸ਼ੂਟ ਸਾਡੇ ਪੰਜਾਬ ਦੇ ਵਿੱਚ ਹੁੰਦਾ ਆ, ਤਾਂ ਤੁਹਾਨੂੰ ਉਦੋਂ ਸ਼ਰਮ ਨਹੀਂ ਆਉਂਦੀ ਹੈਗੀ ਕਿ ਤੁਸੀਂ ਇਸ ਪੰਜਾਬ ਦੇ ਖਾ ਕੇ ਸਾਡਾ ਉਗਾਇਆ ਹੋਇਆ ਅੰਨ ਹੀ ਆਪਣੇ ਸੋਨੇ ਦੀਆਂ ਥਾਲੀਆਂ 'ਚ ਪਾ ਕੇ ਖਾਂਦੇ ਹੋ, ਤੇ ਤੁਹਾਨੂੰ ਇੱਕ ਵਾਰ ਵੀ ਨਹੀਂ ਪਤਾ ਕਿ ਤੁਸੀਂ ਕੁਝ ਬੋਲਣਾ ਹੈ ਤੇ ਚੰਗਾ ਬੋਲੋ। ਦੇਖੋ, ਇੱਥੇ ਇੱਕ ਨਾ ਆਪਾਂ ਹਮੇਸ਼ਾ ਅਮਰੀਕਾ ਦੀ ਗੱਲ ਕਰਦੇ ਹਾਂ, ਕਿਉਂਕਿ ਪਿਛਲੇ 2 ਦਿਨਾਂ 'ਚ ਉਹ ਕੈਪੀਟਲ ਹਿੱਲ ਦੀ ਗੱਲ ਹੋਣ ਡਈ ਸੀਗੀ, ਤਾਂ ਉੱਥੇ ਦੇਖੋ ਜਦੋਂ ਨੈਂਸੀ ਪੈਲੋਸੀ ਕਹਿੰਦੀ ਆ ਵੀ ਇੱਥੇ ਮਹਾਦੋਸ਼ ਦਾ ਜਿਹੜਾ ਹੈ ਮੁਕੱਦਮਾ ਚਲਾ ਦਿਓ ਟਰੰਪ ਹੋਣਾ ਦੇ ਉੱਤੇ, ਤਾਂ ਉੱਥੇ ਉਹਨਾਂ ਦੀ ਪਾਰਟੀ ਦੇ 10 ਬੰਦੇ, ਯਾਨੀ ਕਿ ਟਰੰਪ ਦੀ ਪਾਰਟੀ ਦੇ 10 ਬੰਦੇ ਅੱਗੇ ਆ ਜਾਂਦੇ ਨੇ ਕਿ ਬਈ ਅਸੀਂ ਤੁਹਾਡਾ ਸਾਥ ਦੇਵਾਂਗੇ, ਗਲਤ ਹੋਇਆ। ਹੁਣ ਤੁਸੀਂ ਪੰਜਾਬ 'ਚੋਂ ਖੜੇ ਆ,
ਤੇ ਪੰਜਾਬ ਦੇ ਹੀ ਲੋਕ ਆ ਤਾਂ ਤੁਸੀਂ ਪੰਜਾਬ ਦੀ ਗੱਲ ਤੇ ਕਰੋ ਜਾ ਕੇ ਇੱਕ ਵਾਰ। ਤੁਹਾਨੂੰ ਕਿਹੜਾ ਕੋਈ ਗੋਲੀ ਮਾਰ ਦੇਣ ਲੱਗਾ? ਤੁਸੀਂ ਕਹੋ ਵੀ ਬਈ ਅਸੀਂ ਪੰਜਾਬ ਦੇ ਆ, ਸਾਡੇ ਤੇ ਗੱਲ ਉਹ ਪੈਂਦੇ ਆ ਜਦੋਂ ਅਸੀਂ ਉਹਨਾਂ ਦੀ ਗੱਲ ਕਰਦੇ ਨਹੀਂ ਸੁਣਦੇ। ਇੱਥੇ ਇਦਾਂ ਦਾ ਮਾਹੌਲ ਹੈ ਹੀ ਨਹੀਂ ਹੈਗਾ। ਇੱਥੇ ਤਾਂ ਇਦਾਂ ਦਾ ਕਿ ਜਿਹੜੀ ਪਾਰਟੀ ਨੇ ਤੁਹਾਨੂੰ ਟਿਕਟ ਦਿੱਤੀ ਹੈ ਉਹ ਪਾਰਟੀ ਚਾਹੇ ਕਿੱਦਾਂ ਦਾ ਵੀ ਕੰਮ ਕਰਦੀ ਹੋਵੇ, ਤੁਸੀਂ ਹਾਂ ਦਾ ਨਾਰਾ ਹੀ ਲਾਉਣਾ ਵੀ ਜੈ ਆ ਜੈ। ਇਹ ਕਿਤੇ ਨਾ ਕਿਤੇ ਸਿਸਟਮ ਇੱਥੇ ਖਰਾਬ ਹੋ ਕਰਦਾ ਸਾਨੂੰ ਸਾਰਿਆਂ ਨੂੰ। ਸੋ ਐਸੀ ਦੋਸਤੋ ਸਾਡਾ ਅੱਜ ਦਾ ਪ੍ਰੋਗਰਾਮ ਮੁੱਦਾ, ਜਿਸ ਵਿੱਚ ਅਸੀਂ ਬਰੀਕੀਆਂ ਦੇ ਨਾਲ ਹਰ ਇੱਕ ਮੁੱਦੇ ਦੇ ਉੱਪਰ ਚੰਗੀ ਤਰ੍ਹਾਂ ਗੱਲਬਾਤ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਗੱਲਬਾਤ ਹੈ ਉਹ ਪਸੰਦ ਆਈ ਹੋਵੇਗੀ। ਸਾਡਾ YouTube ਚੈਨਲ ਜਿਹੜਾ ਹੈ ਪੰਜਾਬ ਮਿਰਰ USA TV, ਤੁਸੀਂ ਉਸ ਨੂੰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਐਂਡ ਆਪਣੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ। ਸਾਨੂੰ ਇੱਥੇ ਵੇਖਦੇ ਰਹੋ ਪੰਜਾਬ ਮਿਰਰ USA TV ਦੇ ਉੱਪਰ। ਧੰਨਵਾਦ।